ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰਸ਼ਾਂ ਦਸ਼ਾ ਨੇਚਲ ਚੋਰ ਛੱਤ ਪੌੜੀ, ਵੱਡੇ ਵੱਡਾ ਭਾਰ ਤੇਰਾ ਮਰਤਬਾ, ਰੰਗ ਪ੍ਰੰਗ ਅਨੇਕ ਨਿਜਾਪਨ ਕਰਤਬਾ। ਜੀ ਅੰਦਰ ਜੀ ਸਭ ਕੇ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਕਰ ਭਲਾ, ਤੇਰਾ ਕਰ ਆਨੰਦ ਵਧਾਈ ਤੁਧ ਕਰ, ਮਨ ਮਾਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤਕਤਾ, ਨਾਨਕ ਦਾਸਨ ਦਾ ਤੁਧ ਆਗੇ ਬਿਨਵਤਾ। ਤੇਰਾ ਜੀ ਤੇਰਾ ਨਾਮ ਸਤ ਹੈ, ਸਤ ਹੈ ਵਾਹਿਗੁਰੂ। ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਪ੍ਰੰਗ ਅਨੇਕ ਨ ਜਪਨ ਕਰਤਬਾ। ਜੀ ਅੰਦਰ ਜੀ ਸਭ ਕੇ ਜਾਲਾ, ਸਭ ਕੁਛ ਤੇਰਾ ਵਸ ਤੇਰਾ ਘਰ ਭਲਾ, ਤੇਰਾ ਕਰ ਆਨੰਦ ਵਧਾਈ ਤੁਧ ਘਰ, ਮਹਾਨ ਮਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। ਸਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ, ਦਿਵਸ ਰਾਤ ਦਾਈ ਦਾਇਆ, ਅਖਿਲ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਦ ਪਾਦ ਪੰਕਜ, ਸਿਮਰੋ ਅੰਗਦ ਦੁਖ। ਗੁਰੂ ਅਮਰਦਾਸ ਹਿਰਦੈ ਨਿਤ, ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ, ਗੁਰੂ ਅਰਜਨ ਬਿਗਨਨ ਕੇ, ਬਿਗਨਨ ਕੇ। ਹਰ ਗੋਬਿੰਦ ਸ਼ੁਭ ਸੁਮਤ ਪਰ,
श्री हर राय नमो कर जोरी। श्री हर कृष्ण मना तेग बहादुर परम कृपा जी परम। श्री गुरु गोबिंद सिंह बेसाला तरो तरा पर बन बन सीसा जी पन बन सीसा बंदो बार बार जगदीसा एकंकार सतगुरु ते प्रसाद सच होए। वाहिगुरु जी की फतेह है विघ्न विनाशन विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु साहिब जीओ। दोहरा श्री अंगद अरविंद पद आनंद कंद मुकंद तर पर तर सिर नमै कर शरण हरन दुख दुंद। वाहिगुरु जी का खालसा वाहिगुरु जी की फतेह। जुगो जुग अटल चवर छतर तख्त दे बादशाह अकाल पुरख परमात्मा धन श्री गुरु ग्रंथ साहिब पातशाह जी की पावन पवित्र गोद विच सुभायमान गुरु सवारी गुरु खालसा सत संगत जीओ। आप सतपुरख नाम दे रसीए रोज साध संगत करने वाले गुरमुख जन वड्डे भागां वाले हो। धन गुरु नानक पातशाह जोत रूप हर आप गुरु नानक कहायो। जोत रूप परमात्मा दे प्रकाश तिहाड़े नूं शरधा सत्कार नाल अपने हिरदे विच मना रहे हो। गुरु नानक पातशाह दा प्रकाश तिहाड़ा गुरु के प्यारे बहुत दिन तो उत्साह नाल उहदी उड़ीक करते हैं कि मन चाओ भया प्रभ आगम सुनिया। हर मंगल गाओ सखी गृह मंदिर बनिया। हर मंगल नित गाओ सखिए सोग दुख ना व्यापे। गुर चरण लागे दिन सभागे अपना पिर जापे। अनहत बाणी गुर शब्द जाने हर नाम हर रस भोगो। कह नानक प्रभ आप मिलिया करण कारण जोगो। गुरसिखा दे मन में उत्साह है कि जोत रूप अकाल पुरख परमात्मा इस दुनिया ते मानस अवतार धार दरस दिखाए है। मनुखा शरीर धार के आए सब नूं दर्शन देन लगे। दर्शन देंदियां अनेक तरह के पातशाह ने कौतक वरताए। कदी इन्हां दे सीस ने छप ने छाया की,
ਕਦੇ ਗੁਰੂ ਨਾਨਕ ਪਾਤਸ਼ਾਹ ਖੇਤ ਹਰਿਆ ਭਰਿਆ ਕਰਦੇ ਹਨ ਤੇ ਕਦੀ ਮਹਾਰਾਜ 20 ਰੁਪਏ ਦਾ ਭੁੱਖੇ ਸਾਧੂਆਂ ਨੂੰ, ਮਹਾਤਮਾ ਪੁਰਖਾਂ ਨੂੰ ਪ੍ਰਸ਼ਾਦਾ ਛਕਾਉਂਦੇ ਹਨ। ਖਾਲਸਾ ਜੀਓ, ਇਹਨੂੰ ਕਹਿੰਦੇ ਖਰਾ ਸੌਦਾ ਕਰਨਾ, ਸੱਚਾ ਸੌਦਾ ਕਰਨਾ। ਚੂਹੜ ਕਾਣੇ ਦਾ ਇਲਾਕਾ ਹੈ, ਉੱਥੇ ਸੰਤ ਰੇਣ ਮਹਾਤਮਾ ਹੈ, ਬਹੁਤ ਕਰਨੀ ਵਾਲਾ ਮਹਾਂਪੁਰਖ। ਪਿਤਾ ਨੇ ਆਖਿਆ, ਬੇਟਾ ਇਹ ਫੜ 20 ਰੁਪਏ, ਜਾਂ ਕੋਈ ਖਰਾ ਸੌਦਾ ਕਰਕੇ ਆਓ। ਨਾਲ ਭਾਈ ਬਾਲਾ ਜੀ ਨੂੰ ਭੇਜਿਆ, ਜਾਓ ਬਾਲਾ ਜੀ ਨਾਲ ਜਾਓ, ਕੋਈ ਖਰਾ ਸੌਦਾ ਕਰਕੇ ਆਓ। ਦੋਵੇਂ ਜਾ ਰਹੇ ਹਨ। ਜਾਂਦੇ ਜਾਂਦੇ ਅੱਗੇ ਉਹ ਮਹਾਂਪੁਰਖਾਂ ਦਾ ਆਸ਼ਰਮ ਆ ਗਿਆ। ਉੱਥੇ ਜੰਗਲ ਦਾ ਇਲਾਕਾ। ਗੁਰੂ ਨਾਨਕ ਪਾਤਸ਼ਾਹ ਦੇ ਚਰਨ ਆਪਣੇ ਆਪ ਹੀ ਰੱਬ ਪਰਮੇਸ਼ਰ ਹਨ। ਉਹਨਾਂ ਮਹਾਂਪੁਰਖਾਂ ਵੱਲ ਚਲੇ ਗਏ। ਜਾ ਕੇ ਵੇਖਿਆ ਵੀ ਕਈ ਪੁੱਠੇ ਲਟਕੇ ਹੋਏ, ਕਈ ਸਾਧਨਾ ਕਰ ਰਹੇ ਹਨ, ਕੋਈ ਪਦਮ ਆਸਨ ਹੈ, ਵੱਖ ਵੱਖ ਆਸਨ ਲਗਾ ਕੇ ਸਭ ਸਾਧਨਾ ਕਰ ਰਹੇ ਹਨ। ਪਾਤਸ਼ਾਹ ਕਹਿਣ ਲੱਗੇ, ਬਾਲਾ ਜੀ ਇਹ ਮਹਾਤਮਾ ਨੂੰ ਪੁੱਛੀਏ ਵੀ ਕੀ ਖਾਂਦੇ ਹਨ। ਪੁੱਛਿਆ, ਮਹਾਤਮਾ ਜੀ ਕੀ ਛਕਦੇ ਹੋ? ਉਹ ਕਹਿਣਗੇ, ਸਾਡੀ ਜੋ ਪਰਾ ਲਬਦ ਹੈ ਸਾਨੂੰ ਮਿਲ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਾ ਲਬਦ ਹੈ ਖਾਲਸਾ ਜੀ ਉਹ ਚੀਜ਼ ਕਿ ਜੋ ਬੰਦੇ ਦੇ ਕਰਮ ਉਹਨੂੰ ਮਿਲ ਜਾਂਦੇ ਹਨ। ਜੋ ਪਿਛਲੇ ਕਮਾਏ ਹੋਏ ਕਰਮ ਪਿਛਲੇ ਜਨਮਾਂ ਵਿੱਚ, ਇਸ ਜਨਮ ਦੇ ਨਹੀਂ, ਪਰਾ ਲਬਦ ਪਿਛਲੇ ਕਮਾਏ ਹੋਏ ਸਾਨੂੰ ਮਿਲ ਜਾਂਦਾ ਹੈ, ਰੱਬ ਆਪੇ ਭੇਜ ਦਿੰਦਾ ਹੈ। ਤੇ ਉਹਨਾਂ ਮਹਾਂਪੁਰਖਾਂ ਦਾ ਸ਼ਾਨ ਸੁਭਾਵ ਦੇਖਿਆ ਪਾਤਸ਼ਾਹ ਨੇ, ਆਪ ਪਰਮੇਸ਼ਰ ਨਾਲ ਦੇਖੋ। ਕਹਿਣ ਲੱਗੇ, ਬਾਲਾ ਜੀ ਇਹਨਾਂ ਨੂੰ ਪ੍ਰਸ਼ਾਦਾ ਹੀ ਛਕਾ ਦਈਏ, ਲੰਗਰ ਹੀ ਛਕਾ ਦਈਏ। ਪਿਤਾ ਜੀ ਨੇ ਆਖਿਆ, ਖਰਾ ਸੌਦਾ ਕਰਨਾ ਹੈ। ਖਰਾ ਸੌਦਾ ਇਸ ਤੋਂ ਵਧੀਆ ਕੁਛ ਨਹੀਂ ਹੋ ਸਕਦਾ। ਬਾਕੀ ਸੌਦੇ ਵਿੱਚ ਪੈਸਾ ਕਮਾਈ ਦਾ ਹੈ, ਪਰ ਇਸ ਸੌਦੇ 'ਚ ਦੁਨੀਆ ਵੇਖੇਗੀ ਪੈਸਾ ਉਜਾੜਾ ਹੋ ਰਿਹਾ ਦੁਨੀਆ ਲਈ। ਪਰ ਗੁਰੂ ਨਾਨਕ ਪਾਤਸ਼ਾਹ ਦੀ ਦ੍ਰਿਸ਼ਟੀ ਵਿੱਚ ਇਹ ਖਰਾ ਸੌਦਾ ਹੈ। ਇਹ 20 ਰੁਪਏ ਦਾ ਸੌਦਾ ਪਾਤਸ਼ਾਹ ਹੁਣ ਖਰਾ ਸੌਦਾ ਕਰਨ ਲੱਗੇ। ਪਾਤਸ਼ਾਹ ਕਹਿੰਦੇ, ਲੋ ਮਹਾਂਪੁਰਖੋ ਇਹ ਫੜੋ, ਇਹ ਤੁਹਾਡੇ ਹੀ ਹਨ, ਪ੍ਰਸ਼ਾਦਾ ਪਾਣੀ ਛਕ ਲੈਣਾ। ਉਹ ਕਹਿਣ ਲੱਗੇ, ਬੇਟਾ ਤੂੰ ਛੋਟਾ ਹੈ, ਤੇਰੇ ਪਿਤਾ ਨੇ ਭੇਜਿਆ ਹੋਣਾ ਕੋਈ ਵਪਾਰ ਕਰਕੇ ਆ, ਇਹ ਪੈਸੇ ਲੈ ਜਾ। ਕਹਿਣ ਲੱਗਾ, ਨਹੀਂ ਜੀ ਇਹ ਖਰਾ ਸੌਦਾ ਕਰਨ ਲਈ ਪਿਤਾ ਨੇ ਭੇਜਿਆ ਹੈ, ਤੁਸੀਂ ਪ੍ਰਸ਼ਾਦਾ ਛਕੋ। ਸੰਤ ਰੇਕ ਮਹਾਤਮਾ ਕਹਿਣ ਲੱਗੇ, ਬੇਟਾ ਜਾਂ ਫਿਰ ਆਪਣੇ ਆਪ ਬਾਜ਼ਾਰ ਜਾ, ਉੱਥੋਂ ਸਮਾਨ ਲੈ ਕੇ ਆ। ਫਿਰ ਮਹਾਰਾਜ ਬਾਜ਼ਾਰ ਗਏ, ਉੱਥੋਂ ਸਮਾਨ ਲੈ ਕੇ ਆਏ, ਚਾਵਲ, ਖਾਲਸਾ ਜੀ ਆਟਾ, ਹੋਰ ਸਮਾਨ ਲੈ ਕੇ ਆਏ। ਸਾਰੇ ਪੈਸੇ ਪਾਤਸ਼ਾਹ ਨੇ ਉੱਥੇ ਲਾਤੇ। ਜਿਹੜਾ ਕੋਈ ਚੁੱਕਣ ਵਾਲਾ ਸੀ ਗੱਡੇ ਤੇ ਲੈ ਕੇ ਆਇਆ, ਉਹਨੂੰ ਵੀ ਪੈਸੇ ਦਿੱਤੇ। ਤੇ ਪਾਤਸ਼ਾਹ ਕਹਿੰਦੇ, ਲਓ ਮਹਾਂਪੁਰਖੋ ਬਣਾਓ ਪ੍ਰਸ਼ਾਦਾ। ਸਾਰਾ ਸਮਾਨ ਆ ਗਿਆ। ਉਹ ਸੰਤ ਰੇਨ ਮਹਾਤਮਾ ਉੱਚੀ ਥਾਂ ਤੇ ਬੈਠਾ ਸੀ, ਗੁਰੂ ਪਾਤਸ਼ਾਹ ਥੋੜੇ ਨੀਵੇਂ ਬੈਠੇ ਸਨ। ਉਹ ਕਹਿਣ ਲੱਗਾ, ਤੁਸੀਂ ਹੁਣ ਜਾਓ। ਮਹਾਰਾਜ 7 ਵਜਨ ਕਹਿ ਕੇ ਵਾਪਸ ਆਉਣ ਲੱਗੇ। ਜਦੋਂ ਵਾਪਸ ਆਏ ਖਾਲਸਾ ਜੀਓ, ਉਸ ਤੋਂ ਬਾਅਦ ਦੀ ਘਟਨਾ ਸ਼੍ਰਵਣ ਕਰੀਏ। ਹੁਣ ਉਸ ਜੰਗਲ ਵਿੱਚ ਕੀ ਵਾਪਰਦਾ ਹੈ, ਤੇ ਇੱਧਰ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ 20 ਰੁਪਇਆਂ ਦੇ ਪਰਥਾਏ ਪਿਤਾ ਜੀ ਨੇ ਕਿਵੇਂ ਆਪਣੇ ਵੱਲੋਂ ਚੰਡਾ ਮਾਰੀਆਂ। ਆਓ ਇਸ ਇਤਿਹਾਸ ਨੂੰ ਸਰਵਣ ਕਰਨ ਲਈ ਪਾਤਸ਼ਾਹ ਦੇ ਜੀਵਨ ਦੇ ਆਨੰਦਿਤ ਕੌਤਕ ਹਨ ਖਾਲਸਾ ਜੀਓ। ਉਹ 20 ਰੁਪਏ ਦਾ ਪ੍ਰਸ਼ਾਦਾ ਅੱਜ ਸਾਰੀ ਦੁਨੀਆ ਛਕ ਰਹੀ ਹੈ।
ਉਸ ਖਾਤਰ ਪਾਤਸ਼ਾਹ ਦੀ ਅੱਖਾਂ 'ਚੋਂ ਹੰਝੂ ਵੀ ਆਏ। ਤੇ ਆਓ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਾਰਨ ਕਰਦੇ ਹਾਂ। ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰ ਤੇ ਬਿਰਤੇ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਅੰਗਦ ਅਰਬਿੰਦ ਪਦ ਆਨੰਦ ਕੰਦ ਮੁਕੰਦ। ਮਹਾਕਵੀ ਭਾਈ ਸੰਤੋਖ ਸਿੰਘ ਜੀ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਮੰਗਲਾਚਰਨ ਕਰ ਰਹੇ ਹਨ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਆਪ ਜੀ ਦੇ ਚਰਨ ਕਮਲ ਬਹੁਤ ਸੁੰਦਰ ਹਨ ਮਹਾਰਾਜ। ਆਨੰਦ ਦੇ ਦਾਤੇ ਹਨ, ਆਨੰਦ ਦੇ ਬੱਦਲ ਹਨ ਮਹਾਰਾਜ। ਜਿਵੇਂ ਬੱਦਲਾਂ 'ਚੋਂ ਮੀਂਹ ਪੈਂਦਾ ਹੈ ਪਾਤਸ਼ਾਹ, ਇਸੇ ਤਰ੍ਹਾਂ ਤੁਹਾਡੇ ਚਰਨਾਂ 'ਤੇ ਜਿਹੜਾ ਮੱਥਾ ਟੇਕਦਾ ਹੈ ਮਹਾਰਾਜ, ਉਹਦੇ ਹਿਰਦੇ ਵਿੱਚ ਅੰਮ੍ਰਿਤ ਵਰਗਾ ਮੀਂਹ ਪੈਂਦਾ ਹੈ। ਐ ਮੇਰੇ ਗੁਰੂ ਪਾਤਸ਼ਾਹ, ਐਸੇ ਤੁਹਾਡੇ ਚਰਨ ਹਨ। ਧਰ ਪਰ ਧਰ ਸਿਰ ਨਮੈ ਕਰ ਸ਼ਰਨ ਹਰਨ ਦੁਖ ਧੁੰਦ। ਧਰਤੀ ਤੇ ਬਾਦਸ਼ਾਹ ਤੁਹਾਡੇ ਜਿਹੜੇ ਚਰਨ ਹਨ ਨਾ, ਉਹਨਾਂ ਚਰਨਾਂ ਤੇ ਬਾਦਸ਼ਾਹ ਮੈਂ ਮੱਥਾ ਟੇਕ ਕੇ ਆਪਣੇ ਜੀਵਨ ਨੂੰ ਤੁਹਾਨੂੰ ਸਮਰਪਿਤ ਕਰਦਾ ਮਹਾਰਾਜ। ਐ ਮੇਰੇ ਪਾਤਸ਼ਾਹ, ਤੁਹਾਡੇ ਚਰਨਾਂ ਤੇ ਜਿਹੜਾ ਮੱਥਾ ਟੇਕਦਾ ਹੈ ਨਾ, ਉਹਦੇ ਸਾਰੇ ਦੁੱਖ ਖਤਮ ਹੁੰਦੇ ਹਨ। ਜਿਨੇ ਜਿਨੇ ਤੁਹਾਡੇ ਦਰਸ਼ਨ ਕਰ ਲਏ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ, ਅਮੈ ਦ੍ਰਿਸ਼ਟ ਸੁਭ ਕਰ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਤ ਦਰਿਆਓ ਜਨਮ ਹਮ ਕਾਲਖ ਧੋਵੈ। ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ, ਤੁਹਾਡੇ ਦਰਸ਼ਨ ਪਰਸ਼ਨ ਕਰਨ ਨਾਲ, ਤੁਹਾਡੇ ਚਰਨਾਂ ਤੇ ਨਤਮਸਤਕ ਹੋਣ ਨਾਲ ਪਾਤਸ਼ਾਹ ਸਾਰੇ ਦੁੱਖ ਸਭ ਪਾਪ ਆਪਣੇ ਆਪ ਖਤਮ ਹੋ ਜਾਂਦੇ ਹਨ। ਸ੍ਰੀ ਬਾਲਾ ਸੰਧੂ ਆਚ ਚੌਪਈ ਜਬ ਹਮ ਗਮਨੇ ਤਿਨ ਕੋ ਤਿਆਗੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਸਾਰਾ ਇਤਿਹਾਸ ਸੁਣਾ ਰਹੇ ਹਨ। ਭਾਈ ਬਾਲਾ ਜੀ ਕਹਿਣਗੇ, ਸੁਣੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਜਦੋਂ ਅਸੀਂ ਉਹਨਾਂ ਮਹਾਤਮਾ ਪੁਰਖਾਂ ਨੂੰ ਜੰਗਲ ਵਿੱਚ ਸਾਰਾ ਸਮਾਨ ਦੇ ਕੇ ਆਏ ਉਹਨਾਂ ਦੇ ਆਸ਼ਰਮ ਵਿੱਚ, ਤੇ ਉਹਨਾਂ ਤੋਂ ਆਸ਼ਰਮ ਤੋਂ ਜਦੋਂ ਬਾਹਰ ਆਏ, ਬੋਲੇ ਸੰਤ ਗਿਰਾ ਅਨੁਰਾਗੀ। ਤੇ ਉੱਥੇ ਕਈ ਸੰਤ ਮਹਾਤਮਾ ਬੈਠੇ ਸਨ। ਵੱਡੇ ਮਹਾਂਪੁਰਖਾਂ ਤੋਂ ਛੋਟਾ ਮਹਾਂਪੁਰਖ ਸੀ ਉੱਥੇ। ਸੰਤ ਮਹਾਂਪੁਰਖ ਕੋਈ ਰੱਬ ਦਾ ਪਿਆਰਾ, ਸ਼ਾਂਤ ਹਿਰਦੇ ਵਾਲਾ। ਤੇ ਉਸਨੇ ਬੜੀ ਮਿੱਠੀ ਆਵਾਜ਼ ਵਿੱਚ ਆਪਣੇ ਮਹਾਤਮਾ ਨੂੰ ਪੁੱਛਿਆ ਹੈ, ਆਰ ਬਲਾ ਲਗੂ ਬਾਲ ਸੁਚਾਲੀ। ਉਹ ਕਹਿਣ ਲੱਗਾ, ਮਹਾਤਮਾ ਜੀ ਦੱਸੋ, ਇਹ ਬੱਚੇ ਦੀ ਉਮਰ ਬੜੀ ਛੋਟੀ ਹੈ। ਆਰ ਬਲਾ ਲਗ, ਛੋਟੀ ਉਮਰ ਹੈ ਦੀ, ਤੇ ਜਿਹੜਾ ਬਾਲ ਹੈ ਇਹਦੀ ਚਾਲ ਬੜੀ ਵਧੀਆ ਹੈ, ਭਾਵ ਕਰਨੀ ਕਮਾਈ ਵਧੀਆ ਹੈ, ਸੁਭਾਅ ਬੜਾ ਵਧੀਆ ਹੈ ਇਸ ਮਹਾਤਮਾ ਬੱਚੇ ਦਾ। ਗਿਰਾ ਵਿਰਾਗ ਭਗਤ ਪਲ ਸਾਲੀ। ਤੇ ਇਹਦੀ ਜਿਹੜੀ ਬੋਲੀ ਹੈ, ਬਾਣੀ ਹੈ, ਵਿਰਾਗ ਵਾਲੀ ਹੈ, ਤੇ ਭਗਤੀ ਸਮੇਤ ਇਹਦੀ ਬੋਲੀ ਹੈ, ਇਹਦੀ ਬਾਣੀ ਹੈ। ਤੁਮ ਸੋ ਆਨ ਕੀਨ ਬਹੁ ਪਾਉ। ਮਹਾਤਮਾ ਜੀ ਦੱਸੋ, ਇਸ ਬੱਚੇ ਨੇ ਤੁਹਾਡੇ ਨਾਲ ਬੜਾ ਪਿਆਰ ਕੀਤਾ, ਦੇਖੋ ਤੁਹਾਡਾ ਸਤਿਕਾਰ ਕੀਤਾ, ਤੁਹਾਡਾ ਬੜਾ ਸਨੇਹ ਕੀਤਾ ਹੈ। ਮ੍ਰਿਦਲ ਕਿਰਪਾਲ ਵਿਸਾਲ ਸੁਭਾਉ। ਇਤਨਾ ਮਿੱਠਾ ਸੁਭਾਅ ਹੈ ਇਹਦਾ, ਬਹੁਤ ਕੋਮਲ ਸੁਭਾਅ ਹੈ, ਬਹੁਤ ਵੱਡੀ ਕਲਾ ਵਾਲਾ ਕੋਈ ਮਹਾਂਪੁਰਖ ਹੈ। ਤੇ ਆਪ ਜੀ ਨੇ ਇਹਨੂੰ
ਲੰਗਰ ਪਾਣੀ ਲਈ ਕਿਉਂ ਮਨਾ ਕੀਤਾ ਹੈ? ਭੋਜਨ ਸੋਜ ਆਨ ਜਬ ਬੈਸੇ। ਦੇਖੋ ਸਾਡੇ ਲਈ ਇਤਨੀ ਸਮਾਨ ਸਮਗਰੀ ਲੈ ਕੇ ਆਇਆ, ਆਟਾ, ਸ਼ੱਕਰ, ਖੰਡ, ਹੋਰ ਸਮਾਨ, ਚਾਵਲ ਆਦਿ ਲੈ ਕੇ ਆਏ, ਤੇ ਜਦੋਂ ਸਾਰੀ ਸਮਗਰੀ ਲਿਆ ਕੇ ਇੱਥੇ ਬੈਠ ਗਏ, ਜਲਨ ਰਜਾਏ ਦੀਨ ਤੁਮ ਕੈਸੇ। ਮਹਾਤਮਾ ਜੀ ਜੇ ਘਰ ਕੋਈ ਬੰਦਾ ਆਵੇ ਨਾ, ਉਹਨੂੰ ਪ੍ਰਸ਼ਾਦਾ ਜ਼ਰੂਰ ਛਕਾਈਦਾ ਹੈ। ਤੁਸੀਂ ਇਹਨੂੰ ਪਾਣੀ ਤੋਂ ਬਿਨਾਂ ਹੀ ਤੋੜ ਰਹੇ ਹੋ, ਚਲੋ ਵੀ ਤੁਰੋ ਉੱਥੋਂ। ਜਿਹੜਾ ਤੁਹਾਡੇ ਲਈ ਇਤਨਾ ਸਮਾਨ ਲੈ ਗਿਆ, ਉਹਨੂੰ ਕੁਝ ਛਕਾਣਾ ਸੀ ਨਾ। ਤੁਸੀਂ ਕਹਿੰਦੇ ਜਾਓ ਜੀ ਬੱਚਾ, ਤੁਸੀਂ ਚਲੇ ਜਾਓ ਹੁਣ ਇੱਥੋਂ। ਤੁਸੀਂ ਦੱਸੋ ਕਿ ਉਹਨੂੰ ਜਾਣ ਦਾ ਹੁਕਮ ਕਿਉਂ ਕੀਤਾ ਹੈ? ਸੁਨ ਮਹੰਤ ਬੋਲਿਓ ਬਰਬਾਨੀ। ਆਪਣੇ ਸ਼ਾਗਿਰਦ ਦੀ ਇਹ ਬਾਣੀ ਸੁਣ ਕੇ, ਇਹ ਬੇਨਤੀ ਸੁਣ ਕੇ, ਬਚਨ ਸੁਣ ਕੇ ਉਹ ਮਹੰਤ ਸੰਤ ਰੇਣ ਜੀ ਕਹਿਣ ਲੱਗੇ, ਏਕੋ ਪਰਮ ਪੁਰਖ ਸੁਖ ਦਾਨੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿਣ ਲੱਗੇ ਬੇਟਾ ਇਹ ਕੋਈ ਆਮ ਬੰਦਾ ਨਹੀਂ, ਇਹ ਕੋਈ ਆਮ ਦਾਨੀ ਨਹੀਂ, ਇਹ ਕੋਈ ਆਮ ਗ੍ਰਸਤੀ ਨਹੀਂ, ਇਹ ਕੋਈ ਆਮ ਬੱਚਾ ਵੀ नहीं है, ਇਹ ਕੋਈ ਕਾਲ ਪੁਰਖ ही आया बस। ये परम पुरख है, परमात्मा है। ऐसे दानी स्वभाव वाला ये महापुरख, ये अकाल पुरख ही आप है। कलावान ज्ञानी गुण खानी। ये कलावान हन, ये ज्ञानी हन, ये गुणा दी खान हन। इन्हां वर्गा कलावान होर कोई भी नहीं। ज्ञानन मैं ज्ञानी गुरु नानक ज्ञानी। गुरु गोबिंद सिंह पातशाह लिखते सरलो ग्रंथ विच। ज्ञाना विचों ज्ञानी कौन है? ज्ञानन मैं ज्ञानी गुरु नानक ज्ञानी। खालसा जी ये ज्ञानी हन, ये गुणा दी खान हन। इन्हां वर्गी जिहड़े गुण हन ना, इन्हां दी कला ही बड़ी वड्डी है। ਜਿਹੜੇ ਜਿਹੜੇ ਦਰਸ਼ਨ ਕਰਨਗੇ ਇਹਨਾਂ ਦੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆਰੇ। ਮੁੜ ਕੇ ਉਹ ਰੱਬ ਦੇ ਪਿਆਰੇ ਗਰਭ ਜੋਨੀ ਚ ਨਹੀਂ ਆਉਣਗੇ। ਦੁਰਿਓ ਰਹੇ ਗਤ ਪਰੇ ਨ ਜਾਨੀ। ਇਹ ਲੁਕੇ ਰਹਿੰਦੇ ਹਨ, ਇਹ ਰੱਬ ਦੇ ਪਿਆਰੇ ਆਪਣੀ ਕਲਾ ਪ੍ਰਗਟ ਨਹੀਂ ਕਰਦੇ। ਇਹਨਾਂ ਦੀ ਗੱਤ ਕੋਈ ਨਹੀਂ ਜਾਣ ਸਕਦਾ। ਪਇਓ ਅਸੈ ਮੁਝ ਤੇਜ ਪ੍ਰਭਾਉ। ਸੁਣ ਬੇਟਾ, ਤੁਸੀਂ ਪੁੱਛ ਰਹੇ ਸੀ ਵੀ ਤੁਸੀਂ ਇਹਨੂੰ ਪ੍ਰਸ਼ਾਦਾ ਕਿਉਂ ਨਹੀਂ ਛਕਾਇਆ, ਇਹਨੂੰ ਆਪਣੇ ਕੋਲ ਕਿਉਂ ਨਹੀਂ ਬਿਠਾਇਆ। ਸੁਣ ਬੇਟਾ, ਹੁਣ ਇਹ ਨੀਵੀਂ ਥਾਂ ਤੇ ਬੈਠਾ, ਮੈਂ ਉੱਚੀ ਥਾਂ ਤੇ ਬੈਠਾ ਵਾਂ। ਇਹ ਸਾਡੀ ਮਰਿਆਦਾ ਹੈ। ਮੈਂ ਤੁਹਾਡਾ ਸਭ ਦਾ ਮਹੰਤ ਹਾਂ, ਮੇਰਾ ਸਤਿਕਾਰ ਵੀ ਬਰਕਰਾਰ ਰਵੇ। पर इस बच्चे का इतना तेज प्रभाव है, मेरे तो सहन नहीं हो रहा। अंदर मैं सड़दा पिया सी, भाव कि इहदा तेज प्रताप मैनूं कहना तू थल्ले आ जा, इहनूं उत्ते लिया। पर बच्चे की मर्यादा, इहने थल्ले बहना सी। तुहाडे सब दा मैं महंत हाँ, तां मैं उच्ची थां ते बैठा वां, पर उच्ची थां ते बहण दा अधिकार इहनूं है, बस कल्ले नूं। ये बच्चा कोई आम नहीं, ये काल पुरख है। ते काल पुरख नीवी थां ते बैठा होवे ते मैं उच्ची थां ते बैठा, भावें तुहाडा मैं संत हाँ, महात्म मंत हाँ, पर नहीं नहीं नहीं, इहदा प्रताप इतना है कि मेरे तो सहन नहीं हो रहा सी। या ते दीनी जान रजाओ। इस करके मैं आख्या जाओ बच्चा, तुसी चले जाओ इत्थों। बस हाथ जोड़े मैं महात्मा पुरखां अगे, जाओ बेटा तुसी हुण अपने घर चले जाओ। अस कह तव की नो पुन असना। इस तरह कह के तां उन्होंने प्रसादा तैयार करवाया। खालसा जीओ सब ने फिर लंगर छकिया है। खान लगे स्वादन ले रसना। बहुत आनंद विच आके सब ने प्रसादा लंगर छकिया है। सिता कृत मेलियो संग पायस। खंड घ्यो दुध आदिक सारे सामग्री तैयार करके एक खीर तैयार की गई है। संत छुदातुर तृप्ते खायस। संत 7 दिन तो भूखे सन। खालसा जीओ आखो सतनाम श्री वाहिगुरू। 7 दिन तो ये नहीं भी सानू मिले कुछ खाण नूं, साधना करी जाते सन, रब दा सिमरन करी जाना। 7 दिन हो गए, जे कोई आ गया तो भला, नहीं तो होर बैठे रहना। खालसा जीओ
ਕਿ 7 ਦਿਨਾਂ ਬਾਅਦ ਇਹਨੂੰ ਪ੍ਰਸ਼ਾਦਾ ਮਿਲਿਆ ਤਾਂ ਵੀ ਇਤਨੀ ਲਾਲਚ ਨਹੀਂ ਕਿ ਹੋਰ ਖਾਵਾਂ ਜਿਤਨਾ ਮਿਲ ਗਿਆ ਉਤਨਾ ਛਕ ਲਿਆ ਬਸ। ਤੇ ਛਕ ਕੇ ਰੱਬ ਦਾ ਭਜਨ ਕਰਦੇ ਰਹੇ। ਮਨ ਪ੍ਰਸੀਦੋਏ ਬਚਨ ਬਖਾਨੇ, ਤੇ ਮਨ ਵਿੱਚ ਬੜੇ ਪ੍ਰਸਿੱਧਿਤ ਹੋਏ, ਖੁਸ਼ ਹੋਏ ਤੇ ਖੁਸ਼ ਹੋ ਕੇ ਬਚਨ ਕਹਿਣ ਲੱਗੇ। ਏ ਕਰਤਾਰ ਪਠਿਓ ਹਮ ਜਾਣੇ, ਉਹ ਕਹਿੰਦੇ ਅਸੀਂ ਜਾਣਦੇ ਹਾਂ ਇਹ ਸਾਡੇ ਲਈ ਕਰਤਾਰ ਪ੍ਰਮਾਤਮਾ ਨੇ ਭੇਜਿਆ ਹੈ, ਬਸ ਉਹੀ ਭੇਜਣ ਵਾਲਾ ਹੈ ਵਾਹਿਗੁਰੂ। ਸਭ ਲਈ ਰੋਜੀ ਰੋਟੀ ਦੇਣ ਦਾ ਪ੍ਰਬੰਧ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ। ਕਿਦੋਂ ਸਰੀਰ ਧਾਰ ਕਰਤਾਰਾ, ਲੱਗਦਾ ਤੇ ਰੱਬ ਨੇ ਭੇਜਿਆ। ਫਿਰ ਕਹਿਣਗਾ ਨਹੀਂ, ਕਿਦੋਂ ਇਹ ਲੱਗਦਾ ਰੱਬ ਨੇ ਆਪ ਹੀ ਸਰੀਰ ਧਾਰਨ ਕੀਤਾ ਹੈ। ਅਕਾਲ ਪੁਰਖ ਦਾ ਰੱਬ ਨੇ ਨਹੀਂ ਭੇਜਿਆ, ਰੱਬ ਆਪ ਮਾਨਸ ਅਵਤਾਰ ਧਾਰ ਮਨੁੱਖਾ ਸਰੀਰ ਧਾਰ ਕੇ ਸਾਨੂੰ ਦਰਸ਼ਨ ਦੇਣ ਲਈ ਆਏ, ਸਾਨੂੰ ਪ੍ਰਸ਼ਾਦਾ ਛਕਾਉਣ ਲਈ ਇਹੀ ਆਏ ਹਨ। ਆਨ ਲੀਨ ਸੁਧ ਦੀਨ ਆਹਾਰਾ, ਦੇਖੋ ਸਾਡੀ ਖਬਰ ਲਈ ਇਹਨਾਂ ਨੇ ਵੀ ਸੰਤ ਜੀ ਕੀ ਛਕਦੇ ਹੋ, ਕੀ ਖਾਂਦੇ ਹੋ, ਕੁਛ ਛਕੋਗੇ? ਸਾਡੀ ਖਬਰ ਲਈ ਇਹਨਾਂ ਨੇ ਵੀ ਕਿਤਨੇ ਦਿਨ ਹੋ ਗਏ ਲੰਗਰ ਨਹੀਂ ਛਕਿਆ ਤੁਸੀਂ। ਸਾਡੀ ਖਬਰ ਲਈ ਨਾ ਮਹਾਂਪੁਰਖਾਂ ਨੇ, ਕਾਲ ਪੁਰਖ ਨੇ, ਤੇ ਸਾਨੂੰ ਫਿਰ ਲਿਆ ਕੇ ਸਾਰੀ ਸਮੱਗਰੀ ਪੇਸ਼ ਕੀਤੀ ਸਾਡੇ ਸਾਹਮਣੇ। ਲੋ ਮਹਾਤਮਾ ਜੀ ਪ੍ਰਸ਼ਾਦਾ ਤਿਆਰ ਕਰੋ। ਸਪਤ ਦਿਵਸ ਕੇ ਛੁਦ ਸੰਤਾਏ, ਅਸੀਂ 7 ਦਿਨਾਂ ਦੇ ਭੁੱਖੇ ਹਾਂ, ਬਸ ਸਾਨੂੰ ਭੁੱਖ ਸੰਤਾ ਰਹੀ 7 ਦਿਨਾਂ ਤੋਂ, ਤਾਂ ਵੀ ਅਸੀਂ ਰੱਬ ਦੇ ਭਾਣੇ ਵਿੱਚ ਬੈਠੇ ਹਾਂ। ਅਬ ਭੋਜਨ ਕਰ ਹਮ ਤ੍ਰਿਪਤਾਏ, ਹੁਣ ਅਸੀਂ ਲੰਗਰ ਛਕ ਕੇ ਰੱਜ ਗਏ ਹਾਂ। ਬਸ ਇਹ ਲੰਗਰ ਹੈ ਸੰਤੋਖ ਦਾ ਲੰਗਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਤਸ਼ਾਹ ਦਾ 20 ਰੁਪਏ ਦਾ ਪ੍ਰਸ਼ਾਦਾ ਸੰਤੋਖ ਦਾ ਲੰਗਰ ਹੈ ਖਾਲਸਾ ਜੀਓ। ਲੰਗਰ ਨੂੰ ਛਕ ਕੇ ਬੰਦਾ ਸੰਤੋਖੀ ਬਿਰਤੀ ਵਾਲਾ ਬਣਦਾ ਹੈ। ਜਿਹੜਾ ਗੁਰੂ ਘਰ ਲੰਗਰ ਬਣਦਾ ਨਾ, ਤੇ ਸਭ ਦੇ ਘਰਾਂ ਵਿੱਚ ਜੋ ਵੀ ਲੰਗਰ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਹੈ। ਤੇ ਜਿਹਨੂੰ ਛਕ ਕੇ ਬੰਦੇ ਨੂੰ ਸੰਤੋਖ ਆਉਣਾ ਚਾਹੀਦਾ ਹੈ। ਜੇ ਸੰਤੋਖ ਨਹੀਂ ਆਇਆ ਤੇ ਬੰਦਾ ਰਜਿਆ ਨਹੀਂ ਅਜੇ ਤੱਕ, ਉਹਦੇ ਅੰਦਰ ਉਹ ਰਸ ਨਹੀਂ ਗਿਆ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ। ਖਾਲਸਾ ਜੀਓ ਉਹ ਤਾਂ ਕਹਿਣ ਲੱਗੇ, ਦੇਖੋ ਮਹਾਂਪੁਰਖੋ ਸੰਤ ਮਹਾਤਮਾ ਜੀ ਇਹ ਆਪ ਅਕਾਲ ਪੁਰਖ ਆਏ ਹਨ, ਸਾਨੂੰ ਪ੍ਰਸ਼ਾਦਾ ਛਕਾਇਆ ਇਹਨਾਂ ਨੇ, ਅਸੀਂ ਤ੍ਰਿਪਤ ਹੋ ਗਏ ਹਾਂ। ਇਤ ਸ਼੍ਰੀ ਨਾਨਕ ਪੁਰ ਦਿਸ਼ ਗਵਨੋ, ਉਧਰ ਤਾਂ ਚੂੜਕਾਣੇ ਦੇ ਜੰਗਲਾਂ ਵਿੱਚ ਇਹ ਭਾਣਾ ਵਾਪਰਿਆ ਹੈ। ਇੱਧਰ ਹੁਣ ਸੁਣੋ ਗੁਰੂ ਨਾਨਕ ਪਾਤਸ਼ਾਹ ਬਾਰੇ। ਜਦੋਂ ਗੁਰੂ ਨਾਨਕ ਮਹਾਰਾਜ ਆਪਣੇ ਘਰ ਵੱਲ ਵਾਪਸ ਆਉਣ ਲੱਗੇ, ਅਰਧ ਪੰਥ ਪਹੁੰਚੇ ਗੁਣ ਭਵਨੋ, ਚੂੜਕਾਣੇ ਤੋਂ ਨਨਕਾਣਾ ਸਾਹਿਬ ਵੱਲ ਆ ਰਹੇ ਹਨ। ਅੱਧੇ ਰਸਤੇ ਜਦੋਂ ਪਹੁੰਚੇ ਹਨ ਗੁਣਾ ਦੇ ਭਵਨ ਗੁਰੂ ਨਾਨਕ ਮਹਾਰਾਜ ਜੀ, ਸੋਚ ਵਿਮੋਚਨ ਸੋਚਨ ਲਾਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਯਾਦ ਕਰਨ ਨਾਲ ਦੁਨੀਆ ਦੀ ਚਿੰਤਾ ਦੂਰ ਹੁੰਦੀ ਹੈ। ਸੋਚ ਵਿਮੋਚਨ ਸੋਚਨ ਲਾਗੇ, ਜਿਹੜੇ ਦੁਨੀਆ ਦੀ ਸੋਚ ਚਿੰਤਾ ਨੂੰ ਦੂਰ ਕਰਨ ਵਾਲੇ, ਦੁਨੀਆ ਦੇ ਦੁੱਖ ਦੂਰ ਕਰਨ ਵਾਲੇ, ਅੱਜ ਮਹਾਰਾਜ ਆਪ ਸੋਚਣ ਪੈ ਗਈ। ਇਹ ਪਾਤਸ਼ਾਹ ਭਾਣਾ ਵਰਤਾ ਰਹੇ ਹਨ, ਆਪ ਤਾਂ ਕਾਲ ਪੁਰਖ ਹਨ। ਸਾਡੇ ਲਈ ਮਹਾਰਾਜ ਨੇ ਖਾਸ ਚੰਡਾ ਵੀ ਖਾਈਆਂ, ਸਾਡੇ ਵਾਸਤੇ ਖਾਈਆਂ, ਕਿ ਦੁਨੀਆ ਦੇ ਲੋਕਾਂ ਨੂੰ ਸਮਝ ਆ ਜਾਵੇ ਕਿ ਪੈਸਾ ਕਮਾਉਣਾ ਕਿਤਨਾ ਸੌਖਾ ਵੀ ਹੈ ਤੇ ਔਖਾ ਵੀ ਹੈ, ਕਿ ਕਿੱਥੇ ਲਾਣਾ ਕਿੱਥੇ ਜਾਇਜ਼ ਹੈ ਉੱਥੇ ਦੇਖੋ। ਐਸੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਦੁਨੀਆ ਦੀ ਸੋਚਾਂ ਨੂੰ ਦੂਰ ਕਰਨ ਵਾਲੇ, ਅੱਜ ਆਪ ਪਾਤਸ਼ਾਹ ਸੋਚਾਂ ਵਿੱਚ ਆ ਗਏ। ਹਟਕਤ ਚਿਤ ਪਗ ਪਰੇ ਨਾ ਆਗੇ, ਮਨ ਹਟ ਰਿਹਾ ਪਿੱਛੇ, ਪਿੱਛੇ ਚੱਲੀਏ, ਪੈਰ ਅੱਗੇ ਜਾਂਦੇ ਨਹੀਂ। ਮਨ ਵਿੱਚ ਇਹ ਹੋ ਰਿਹਾ ਵੀ ਅੱਗੇ ਨਹੀਂ ਜਾਣਾ, ਤੇ ਪੈਰ ਰੁਕਦੇ ਹਨ ਮਹਾਰਾਜ ਦੇ। ਚਿੰਤਾ ਤੁਰ ਸੇ ਹੋਏ ਗੁਣ ਖਾਨੀ, ਗੁਣਾ ਦੇ ਖਾਨ ਗੁਰੂ ਨਾਨਕ ਬਾਦਸ਼ਾਹ ਬਹੁਤ ਚਿੰਤਾਵਾਨ ਹੋਏ ਹਨ। ਬੋਲੇ ਮੁਝ ਸੋ ਅਸ ਬਿਦ ਬਾਨੀ, ਤੇ ਭਾਈ ਬਾਲਾ ਜੀ ਨੂੰ ਮਹਾਰਾਜ ਜੀ ਬਚਨ ਕਹਿਣ ਲੱਗੇ, ਏ ਕੀਨੋ ਕਿਆ ਹਮਨੇ ਕਾਮਾ। ਬਾਲਾ ਜੀ ਅਸੀਂ ਕੀ ਭਾਣਾ ਵਰਤਾ ਕੇ ਆ ਗਏ ਹਾਂ, ਅਸੀਂ ਕੀ ਕੰਮ ਕਰਕੇ ਆ ਗਏ? 20 ਰੁਪਏ ਦਾ ਪ੍ਰਸ਼ਾਦਾ ਛਕਾ ਕੇ ਆ ਗਏ ਹਾਂ,
ਉਹਨਾਂ ਮਹਾਂਪੁਰਖਾਂ ਨੂੰ। ਉੱਤਰ ਕੋ ਦਹਿ ਚਲ ਧਾਮਾ। ਤੇ ਉੱਤਰ ਕੌਣ ਦੇਵੇਗਾ ਪਿਤਾ ਜੀ ਨੂੰ ਜਾ ਕੇ ਘਰ? ਉੱਥੇ ਕੌਣ ਬੋਲੇਗਾ ਵੀ ਕੀ ਕਰਕੇ ਆਏ? 20 ਰੁਪਏ ਉਜਾੜ ਕੇ ਆਏ ਕਿ ਸਵਾਰ ਕੇ ਆਏ ਆ? ਉੱਥੇ ਕੌਣ ਬੋਲੇਗਾ? ਕੌਣ ਜਵਾਬ ਦੇਵੇਗਾ? ਪਿਤ ਕੋ ਅਧਿਕ ਕ੍ਰੋਧ ਉਪਜੇ ਹੈ। ਤੁਸੀਂ ਜਾਣਦੇ ਹੋ ਕਿ ਪਿਤਾ ਦਾ ਕੀ ਸੁਭਾਅ ਹੈ। ਪਿਤਾ ਦਾ ਸੁਭਾਅ ਬੜਾ ਗੁੱਸੇ ਵਾਲਾ ਹੈ, ਕਠੋਰ ਸੁਭਾਅ ਹੈ ਉਹਨਾਂ ਦਾ। ਮੁਝ ਤੁਝ ਸੋਂ ਦੇ ਗਾਰ ਲਰੇ ਹੈ। ਤੇ ਬਾਲਾ ਜੀ ਜਾਣਦੇ ਹੋ ਤੁਸੀਂ ਕਿ ਪਿਤਾ ਕਲਿਆਣ ਦਾਸ ਜੀ ਦਾ ਸੁਭਾਅ ਕੀ ਹੈ? ਗਾਲਾਂ ਮੈਨੂੰ ਵੀ ਕੱਢਣਗੇ, ਤੁਹਾਨੂੰ ਵੀ ਕੱਢਣਗੇ, ਦੋ ਚਾਰ, ਤੇ ਲੜਨਗੇ, ਯੁੱਧ ਕਰਨਗੇ ਕਿ ਬੇਟਾ ਕਿੱਥੇ ਉਜਾੜ ਕੇ ਆਇਆ 20 ਰੁਪਏ? ਮੈਂ ਭਾਖਿਓ ਕਛ ਦੋਸ਼ ਨ ਮੇਰੋ। ਬਾਲਾ ਜੀ ਕਹਿਣ ਲੱਗੇ ਮਹਾਰਾਜ ਮੇਰਾ ਕੋਈ ਦੋਸ਼ ਨਹੀਂ ਹੈ। ਤੁਹਾਨੂੰ ਮੈਂ ਆਖਿਆ ਸੀ ਮਹਾਰਾਜ ਕਿ ਮੇਰੀ ਕੋਈ ਗਲਤੀ ਨਹੀਂ ਹੈ ਇਸ ਵਿੱਚ। ਤੁਮ ਕੋ ਬਰਜ ਰਿਓ ਬਹੁ ਤੇਰੋ। ਤੁਹਾਨੂੰ ਮੈਂ ਕਈ ਵਾਰੀ ਰੋਕਿਆ, ਵਰਜਿਆ ਕਿ ਨਾ ਮਹਾਰਾਜ ਇਸ ਤਰ੍ਹਾਂ ਨਾ ਕਰੋ। ਆਪ ਜਾਣ ਕੈ ਕੀਨ ਕੁਕਾਜੂ। ਪਾਤਸ਼ਾਹ ਗੁਰੂ ਪਾਤਸ਼ਾਹ ਤੁਸੀਂ ਆਪ ਜਾਣ ਕੇ ਇਹ ਕਾਰਜ ਕੀਤਾ ਹੈ। ਚਿਤ ਕਿਉ ਚਿੰਤ ਧਰੀ ਤੁਮ ਆਜੂ। ਤੇ ਤੁਹਾਡੇ ਮਨ 'ਚ ਹੁਣ ਚਿੰਤਾ ਕਿਉਂ ਪੈ ਗਈ? ਤੁਹਾਨੂੰ ਮੈਂ ਰੋਕਦਾ ਰਿਹਾ ਵੀ ਮਹਾਰਾਜ ਨਾ ਕਰੋ ਨਾ ਕਰੋ। ਤੁਹਾਡੇ ਪਿਤਾ ਦਾ ਸੁਭਾਅ ਬੜਾ ਕਠੋਰ ਹੈ, ਉਦੋਂ ਤੁਸੀਂ ਮੇਰੀ ਗੱਲ ਸੁਣੀ ਨਹੀਂ, ਤੇ ਮਹਾਰਾਜ ਹੁਣ ਤੁਸੀਂ ਕਿਉਂ ਚਿੰਤਾਵਾਨ ਹੁੰਦੇ ਹੋ? ਅਬ ਜਿਮ ਹੋਏ ਸਹੋ ਸੋ ਰੀਤੀ। ਹੁਣ ਜਿਵੇਂ ਹੋਵੇਗਾ ਉਵੇਂ ਸਹਿਨ ਕਰੋ ਮਹਾਰਾਜ। ਕੁਛ ਤਾਂ ਪਾਣਾ ਵਾਪਰਨਾ ਹੀ ਹੈ ਮਹਾਰਾਜ। ਸੁਭਾਅ ਪਿਤਾ ਦਾ ਬੜਾ ਗੁੱਸੇ ਵਾਲਾ ਕਠੋਰ ਹੈ, ਤੇ ਜਿਵੇਂ ਹੋਵੇਗਾ ਉਵੇਂ ਸਹਿਨ ਕਰੋ। ਸੂਦੀ ਹੋਏ ਅਥਵਾ ਵਿਪਰੀਤੀ। ਐ ਮਹਾਰਾਜ ਕੋਈ ਭਾਣਾ ਸਿੱਧਾ ਵਾਪਰੇ ਜਾਂ ਪੁੱਠਾ ਵਾਪਰੇ, ਜਾਂ ਪਿਤਾ ਜੀ ਗੁੱਸੇ ਵਿੱਚ ਆਣ ਜਾਂ ਖੁਸ਼ ਹੋਣ, ਉਹ ਤੁਸੀਂ ਆਪੇ ਨਿਬੜਨਾ। ਮੁਝ ਕੋ ਚਿੰਤ ਨ ਏਕ ਵਿਆਪੇ। ਮਹਾਰਾਜ ਮੈਨੂੰ ਕੋਈ ਚਿੰਤਾ ਨਹੀਂ ਹੈ, ਮੈਂ ਕੋਈ ਫਿਕਰ ਨਹੀਂ ਕਰਦਾ, ਫਿਕਰ ਤੁਹਾਨੂੰ ਹੈ। ਧਨ ਤੁਮਰਾ ਖਰਚਿਓ ਤੁਮ ਆਪੇ। ਤੁਹਾਡੇ 20 ਰੁਪਏ ਸਨ, ਤੁਸੀਂ ਆਪੇ ਖਰਚ ਕਰਕੇ ਆਏ ਹੋ। ਬਹੁਰ ਨ ਮੈਂ ਤੁਮ ਤੇ ਕਛ ਸਿਆਣਾ। ਤੇ ਦੂਜੀ ਗੱਲ ਸਤਿਗੁਰ ਮਹਾਰਾਜ ਮੈਂ ਤੁਹਾਡੇ ਤੋਂ ਸਿਆਣਾ ਨਹੀਂ, ਤੁਹਾਡੇ ਤੋਂ ਅਣਜਾਣ ਹਾਂ। ਬਾਲਾ ਜੀ ਨੂੰ ਇਹ ਵੀ ਗਿਆਨ ਹੈ ਵੀ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਹਨ, ਤਾਂ ਹੀ ਤਾਂ ਨਾਲ ਤੁਰੇ ਸਨ ਕਿ ਮਹਾਰਾਜ ਮੈਂ ਜਾਣਦਾ ਹਾਂ ਕਿ ਤੁਹਾਡੇ ਤੋਂ ਸਿਆਣਾ ਹੋਰ ਕੋਈ ਵੀ ਨਹੀਂ ਦੁਨੀਆ 'ਚ ਹੈ। ਤੁਸੀਂ ਸਭ ਤੋਂ ਸਿਆਣੇ ਹੋ ਪਾਤਸ਼ਾਹ, ਮੈਂ ਤਾਂ ਅਣਜਾਣ ਹਾਂ। ਸਭ ਜਾਣेंगे ਬੈਸ ਸਮਾਨਾ। ਸਭ ਜਾਣਦੇ ਵੀ ਹਨ ਤੇ ਜਾਣਨਗੇ ਕਿ ਦੋਵਾਂ ਦੀ ਉਮਰ ਬਰਾਬਰ ਹੈ। ਉਨ ਮੈਂ ਹੋ ਆਇਸ ਅਨੁਸਾਰੀ। ਤੇ ਫਿਰ ਪਾਤਸ਼ਾਹ ਮੈਂ ਤਾਂ ਤੁਹਾਡੀ ਆਗਿਆ 'ਚ ਰਹਿਣ ਵਾਲਾ ਹਾਂ। ਜਿਵੇਂ ਹੁਕਮ ਕਰਦੇ ਹੋ ਮਹਾਰਾਜ ਮੈਂ ਉਵੇਂ ਭਾਣਾ ਤੁਹਾਡੇ ਭਾਣੇ 'ਚ ਰਹਿ ਕੇ ਸਾਰੀ ਸੇਵਾ ਨਿਭਾਉਣਾ ਹਾਂ। ਤਵ ਪਿਤ ਭੇਜਿਓ ਦਾਸ ਵਿਚਾਰੀ। ਤੁਹਾਡੇ ਪਿਤਾ ਨੇ ਮੈਨੂੰ ਦਾਸ ਜਾਣ ਕੇ ਭੇਜਿਆ, ਜਾਓ ਬਾਲਾ ਜੀ ਨਾਲ ਜਾਓ ਇਹਨਾਂ ਦੇ, ਇਹਨਾਂ ਨੇ ਸੇਵਾਦਾਰ ਬਣ ਕੇ ਜਾਓ। ਤੇ ਮਹਾਰਾਜ ਮੈਂ ਸੇਵਾਦਾਰ ਬਣ ਕੇ ਤੁਹਾਡੇ ਨਾਲ ਆਇਆ ਹਾਂ। ਜਾਂ ਤੇ ਦੋਸ਼ ਨ ਮਮ ਪਰ ਠਾਨੇ। ਇਸ ਕਰਕੇ ਮੇਰੇ ਉੱਤੇ ਕੋਈ ਦੋਸ਼ ਨਾ ਲਾਣਾ, ਨਾ ਤੁਹਾਡੇ ਪਿਤਾ ਜੀ ਦੋਸ਼ ਲਾਣਗੇ ਮੇਰੇ ਉੱਤੇ, ਨਾ ਦੁਨੀਆ ਲਾਵੇਗੀ, ਨਾ ਤੁਸੀਂ ਲਾਓ ਮਹਾਰਾਜ ਕੋਈ ਦੋਸ਼। ਕਰਮ ਸ਼ੁਭ ਅਸ਼ੁਭ ਤੁਮਰੋ ਜਾਣੇ। ਤੁਹਾਡਾ ਜਿਹੜਾ ਕਰਮ ਤੁਸੀਂ ਕੀਤਾ ਨਾ ਚੰਗਾ ਜਾਂ ਬੁਰਾ, ਉਹ ਦੁਨੀਆ ਤੇ ਤੁਹਾਡੇ ਪਿਤਾ ਤੁਹਾਡੇ ਬਾਰੇ ਜਾਣਨਗੇ। ਗਟੀ ਗਿਨਤ ਬੋਲਤ ਬਚ ਦੇਉ। ਇਸ ਤਰ੍ਹਾਂ ਖਾਲਸਾ ਜੀ ਗੱਲਾਂ ਕਰਦੇ ਕਰਦੇ ਦੋਵੇਂ ਬੋਲ ਰਹੇ ਹਨ, ਗੁਰੂ ਨਾਨਕ ਮਹਾਰਾਜ ਵੀ ਤੇ ਭਾਈ ਬਾਲਾ ਵੀ। ਵਿਚਾਰ ਕਰਦੇ ਕਰਦੇ ਹੋਰ ਸੋਚਾਂ ਵਿੱਚ ਬਹਿ ਗਏ। ਨਿਆਰਾਨੀ ਤਲਵੰਡੀ ਸੋ। ਗੱਲਾਂ ਕਰਦੇ ਕਰਦੇ ਤਲਵੰਡੀ ਨਗਰੀ ਨੇੜੇ ਆ ਗਈ ਖਾਲਸਾ ਜੀ। ਰਾਏ ਭੋਏ ਦੀ ਤਲਵੰਡੀ ਉਹ ਨਗਰੀ ਨੇੜੇ ਆ ਗਈ। ਹਾਂ ਤੋ ਚਲ ਆਇਓ ਨਿਜ ਸਦਨਾ। ਤੇ ਬਾਲਾ ਜੀ ਕਹਿਣ ਲੱਗੇ ਮਹਾਰਾਜ ਮੈਂ ਤਾਂ ਆਪਣੇ ਘਰ ਆ ਗਿਆ। ਗੁਰੂ ਅੰਗਦ ਦੇਵ ਜੀ ਨੂੰ ਸਾਰਾ ਇਤਿਹਾਸ ਸੁਣਾ ਰਹੇ ਨੇ ਕਿ ਮਹਾਰਾਜ ਜੀ ਮੈਂ ਤਾਂ ਆਪਣੇ ਘਰ ਆ ਗਿਆ। ਪੁਰ ਨਾ ਪਰਵੇਸ਼ੇ ਪੰਕਜ ਬਦਨਾ। ਕਮਲ ਵਰਗੇ ਚਿਹਰੇ ਵਾਲੇ ਗੁਰੂ ਨਾਨਕ ਮਹਾਰਾਜ, ਜਿਨ੍ਹਾਂ ਦੇ ਨੇਤਰ ਕਮਲ ਵਰਗੇ, ਜਿਨ੍ਹਾਂ ਦਾ ਸਰੀਰ ਕਮਲ ਵਰਗਾ ਹੈ,
ਅਕਾਲ ਪੁਰਖ ਪ੍ਰਮਾਤਮਾ ਗੁਰੂ ਨਾਨਕ ਬਾਦਸ਼ਾਹ ਨਗਰੀ ਵਿੱਚ ਨਹੀਂ ਗਏ। ਏਕ ਤਾਲ ਜਲਹੀਨ ਜੋ ਦੂਰੀ। ਇੱਕ ਤਾਲ ਹੈ ਜਿਹੜਾ ਪਾਣੀ ਤੋਂ ਵਾਂਝਾ ਵੀ ਹੈ ਖਾਲਸਾ ਜੀ, ਉਹਨੂੰ ਖਾਲਸਾ ਜੀ ਇੱਕ ਖੂਹ ਵੀ ਕਹਿੰਦੇ ਹਨ ਕਿ ਉਸ ਤਾਲ ਤੇ ਖੂਹ ਤੇ ਜਿੱਥੇ ਪਾਣੀ ਵੀ ਨਹੀਂ ਹੈ ਉੱਥੇ ਅੰਦੂਰ ਤਾਲ ਹੈ ਤੇ ਨਾਲ ਖੂਹ ਵੀ ਬਣਿਆ ਹੋਇਆ ਹੈ। ਤੈਂ ਬੈਸੇ ਬੈਸਕ ਜਿਨ ਰੂਰੀ। ਜਿਨ੍ਹਾਂ ਦੀ ਬੈਠਕ ਬੜੀ ਸੋਹਣੀ ਹੈ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਉਸ ਅਸਾਨ ਤੇ ਜਾ ਕੇ ਬੈਠ ਗਏ। ਸੁਨਿਓ ਜਬੇ ਆਇਓ ਘਰ ਬਾਲਾ। ਉਧਰ ਜਦੋਂ ਸਾਰੇ ਨੇ ਸੁਣਿਆ ਦੇਖ ਲਿਆ ਕਿ ਬਾਲਾ ਜੀ ਘਰ ਆਏ ਹਨ ਤੇ ਖਬਰ ਪਹੁੰਚ ਗਈ ਪਿਤਾ ਕਾਲੂ ਜੀ ਕੋਲ। ਜਦੋਂ ਪਿਤਾ ਕਾਲੂ ਜੀ ਨੇ ਸੁਣਿਆ ਕਿ ਭਾਈ ਬਾਲਾ ਜੀ ਘਰ ਆ ਗਏ, ਭਇਓ ਹੌਲ ਕਾਲੂ ਤਤਕਾਲਾ। ਉਸੇ ਵੇਲੇ ਪਿਤਾ ਕਾਲੂ ਜੀ ਦੇ ਮਨ 'ਚ ਹੌਲ ਪੈ ਗਿਆ ਵੀ ਕੀ ਹੋ ਗਿਆ, ਮੇਰੇ ਬੇਟੇ ਨਹੀਂ ਆਏ ਤੇ ਬਾਲਾ ਜੀ ਘਰ ਕਿਉਂ ਪਹੁੰਚ ਗਏ ਆਪਣੇ ਆਪ। ਦਾਸ ਪਠਾਏ ਮੁਝੇ ਬੁਲਵਾਇਆ। ਫਟਾਫਟ ਆਪਣਾ ਸੇਵਾਦਾਰ ਭੇਜ ਕੇ ਤੇ ਭਾਈ ਬਾਲਾ ਜੀ ਨੂੰ ਬੁਲਵਾਇਆ ਹੈ। ਗਰੂਰ ਬਿਲੋਕਤ ਬਚਨ ਅਲਾਇਆ। ਗੁੱਸੇ ਵਾਲੀਆਂ ਅੱਖਾਂ ਕਠੋਰ ਦੇਖਦੇ ਹੋਏ, ਦੇਖਣਾ ਵੀ ਕਠੋਰ ਤੇ ਕਠੋਰ ਬਚਨ ਵਿੱਚ ਆਖਿਆ ਮੈਨੂੰ ਕਹਾਂ ਕਾਰਖਿਕ ਨਾਨਕ ਕਹਿਵਾ। ਦੱਸੋ ਬਾਲਾ ਜੀ ਕਿੱਥੇ ਸਾਡੇ 20 ਰੁਪਏ ਤੇ ਕਿੱਥੇ ਮੇਰੇ ਨਾਨਕ ਜੀ ਹਨ। ਤਜਿਓ ਸੰਗ ਕਿਉਂ ਪਾਛੇ ਰਹਿਵਾ। ਤੁਸੀਂ ਸੰਗ ਕਿਉਂ ਛੱਡਿਆ ਉਹਨਾਂ ਦਾ, ਪਿੱਛੇ ਕੋ ਛੱਡ ਕੇ ਆਏ ਉਹਨਾਂ ਦਾ, ਆਪ ਘਰ ਆ ਗਏ ਹੋ ਪਿੱਛੇ ਛੱਡ ਕੇ ਆ ਗਏ ਉਹਨਾਂ ਨੂੰ। ਬਨ ਜਿਓ ਬਨਜ ਕਿਦੋਂ ਤੁਮ ਨਾਹੀ। ਇਹ ਵੀ ਦੱਸੋ ਵਪਾਰ ਕੀਤਾ ਕਿ ਨਹੀਂ ਕੀਤਾ। 20 ਰੁਪਏ ਲੈ ਗਏ ਸੀ ਵਪਾਰ ਕਰਨ ਲਈ, ਵਪਾਰ ਕਰਕੇ ਆਇਓ ਕਿ ਨਹੀਂ ਕਰਕੇ ਆਏ। ਬਿਨ ਦੀਏ ਸੁਧ ਗਾ ਨਿਜ ਘਰ ਮਾਹੀ। ਬਾਲਾ ਜੀ ਖਬਰ ਤਾਂ ਦਿੱਤੀ ਨਹੀਂ ਮੈਨੂੰ, ਫਟਾਫਟ ਬਿਨਾਂ ਖਬਰ ਤੋਂ ਆਪਣੇ ਘਰ ਪਹੁੰਚ ਗਏ ਹੋ। ਖਬਰ ਦੇ ਕੇ ਜਾਣਾ ਸੀ ਕਿ ਮਹਾਰਾਜ ਇਸ ਤਰ੍ਹਾਂ ਪਿਤਾ ਕਾਲੂ ਜੀ ਤੁਹਾਡੇ ਬੇਟੇ ਜੀ ਉੱਥੇ ਬੈਠੇ ਹਨ, ਖਬਰ ਦੇਣੀ ਸੀ। ਕਹਿ ਨਗਰੀ ਮੈਂ ਤੈਂ ਕੋ ਛੋਰਾ। ਕਿਹੜੀ ਨਗਰੀ ਵਿੱਚ ਛੱਡ ਕੇ ਆਇਓ ਉਹਨਾਂ ਨੂੰ, ਕਿੱਥੇ ਛੱਡ ਕੇ ਆਇਓ ਮੇਰੇ ਨਾਨਕ ਜੀ ਨੂੰ। ਰੂਠ ਰਿਓ ਕਿਉਂ ਤੈ ਨਾ ਬਹੋਰਾ। ਜਾਂ ਮੇਰੇ ਨਾਨਕ ਜੀ ਰੁੱਠੇ ਹੋਏ ਹਨ, ਤੁਸੀਂ ਮਨਾਇਆ ਕਿਉਂ ਨਹੀਂ ਉਹਨਾਂ ਨੂੰ। ਅਸ ਬਚ ਸੁਨ ਕੇ ਗਿਰਾ ਉਬਾਚੀ। ਪਿਤਾ ਕਲਿਆਣ ਦਾਸ ਜੀ ਦੇ ਇਹ ਬਚਨ ਸੁਣ ਕੇ ਭਾਈ ਬਾਲਾ ਜੀ ਨੇ ਬਚਨ ਕੀਤਾ ਹੈ। ਜਸ ਬਿਦ ਬੀਤੀ ਬਤਾਈ ਸਾਚੀ। ਜਿਵੇਂ ਜਿਵੇਂ ਭਾਣਾ ਵਾਪਰਿਆ ਤੇ ਭਾਈ ਬਾਲਾ ਜੀ ਉਸੇ ਤਰ੍ਹਾਂ ਕਹਿਣ ਲੱਗੇ। ਇੱਕ ਕਾਨਨ ਮੈਂ ਹੁਤੇ ਫਕੀਰਾ। ਸੁਣੋ ਪਿਤਾ ਜੀ, ਇੱਕ ਜੰਗਲ ਹੈ ਚੂਹੜ ਕਾਣੇ ਦਾ, ਉੱਥੇ ਬੜਾ ਸੋਹਣਾ ਆਸ਼ਰਮ ਹੈ ਤੇ ਉਸ ਆਸ਼ਰਮ ਦੇ ਵਿੱਚ ਚਲੇ ਜਾਤ ਬੈਸੇ ਤਿੰਨ ਤੀਰਾ। ਅਸੀਂ ਜਾਂਦੇ ਜਾਂਦੇ ਉਹਨਾਂ ਮਹਾਤਮਾ ਪੁਰਸ਼ਾਂ ਦੇ ਕੋਲ ਜਾ ਕੇ ਬੈਠ ਗਏ। ਕੁਛ ਕ ਪਰਸ ਪਰ ਬੋਲਨ ਕੀਨਾ। ਜਦੋਂ ਬੈਠੇ ਉਹਨਾਂ ਦੇ ਕੋਲ ਕੁਝ ਗੱਲਾਂ ਬਾਤਾਂ ਕੀਤੀਆਂ, ਤੁਹਾਡੇ ਸਾਹਿਬਜ਼ਾਦੇ ਨੇ, ਤੁਹਾਡੇ ਬੇਟੇ ਨੇ ਤੇ ਉਹਨਾਂ ਮਹਾਂਪੁਰਖਾਂ ਨੇ। ਭੋਜਨ ਹਿਤ ਤਿੰਨ ਕੋ ਧਨ ਦੀਨਾ। ਤੇ ਉਹਨਾਂ ਨੂੰ ਭੋਜਨ ਲਈ ਤੁਹਾਡੇ ਬੇਟਾ ਜੀ, ਤੁਹਾਡੇ ਨਾਨਕ ਜੀ 20 ਰੁਪਏ ਦੇ ਕੇ ਆ ਗਏ। ਕਹਿਣ ਲਗੇ ਪਿਤ ਆਇਸ ਜੈਸੀ। ਤੇ ਇਹ ਤਾਂ ਕਹਿਣ ਲੱਗੇ ਕਿ ਦੇਖੋ ਬਾਲਾ ਜੀ ਜਿਵੇਂ ਪਿਤਾ ਜੀ ਦੀ ਆਗਿਆ ਹੈ ਅਸੀਂ ਉਵੇਂ ਕਰ ਰਹੇ ਹਾਂ। ਭਲੇ ਬਨਜ ਕੀ ਕੀਨੀ ਤੈਸੀ। ਤੇ ਪਿਤਾ ਨੇ ਆਖਿਆ ਖਰਾ ਸੌਦਾ ਕਰਨਾ ਹੈ ਜਿਸ ਵਿੱਚ ਮੁਨਾਫਾ ਹੋਵੇ, ਲਾਭ ਹੋਵੇ, ਤੇ ਖਰਾ ਸੌਦਾ ਹੀ ਕਰ ਰਹੇ ਸੀ ਤੁਹਾਡੇ ਸਾਹਿਬਜ਼ਾਦਾ ਜੀ। ਉਹਨਾਂ ਵੱਲੋਂ ਖਰਾ ਸੌਦਾ ਸੀ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਖਰਾ ਸੌਦਾ ਜਿਸ ਵਿੱਚ ਕੋਈ ਤੋਟ ਨਹੀਂ ਆਉਂਦੀ ਖਾਲਸਾ ਜੀਓ। ਇਹ ਖਰਾ ਸੌਦਾ ਕਰਕੇ ਆਏ ਹਨ। ਦੇ ਕਰ ਦਰਬ ਕਰਨ ਮੁਰੇ ਆਏ। ਉਹਨਾਂ ਮਹਾਂਪੁਰਖਾਂ ਨੂੰ, ਸਾਧੂਆਂ ਨੂੰ 20 ਰੁਪਏ ਦਾ ਸਾਰਾ ਸਮਾਨ ਦੇ ਕੇ ਆਏ। ਸਾਰੇ 20 ਰੁਪਏ ਉਹਨਾਂ ਉੱਤੇ ਲੁਟਾ ਕੇ ਆ ਗਏ, ਸਮਗਰੀ ਦੇ ਕੇ ਆਏ, ਉਹਨਾਂ ਢਿੱਡ ਭਰ ਕੇ ਆਏ ਹਨ। ਨਗਰ ਵੈਰ ਬੈਸੇ ਕਿਸ ਥਾਈ। ਤੇ ਜਦੋਂ ਨਗਰੀ ਵੱਲ ਆਏ ਤੇ ਨਗਰੀ ਦੇ ਬਾਹਰ ਕਿਸੇ ਥਾਂ ਤੇ ਬੈਠੇ ਹੋਏ ਹਨ। ਕ੍ਰੋਧ ਕਰਨ ਤੁਮ ਤੇ ਡਰ ਧਰ ਕੇ। ਤੁਹਾਡੇ ਤੋਂ ਡਰਦੇ ਹਨ ਕਿ ਪਿਤਾ ਜੀ ਦਾ ਸੁਭਾਅ ਬੜਾ ਗੁੱਸੇ ਵਾਲਾ ਹੈ, ਤਾਂ ਉਹ ਬਾਰ-ਬਾਰ ਹੀ ਬੈਠ ਗਏ। ਸਦਨ ਨਾ ਆਏ
ਇਹ ਵਿਚਰ ਕੈ। ਇਹ ਸਮਝ ਕੇ ਕਿ ਪਿਤਾ ਜੀ ਬੜੇ ਗੁੱਸੇ ਵਾਲੇ ਹਨ, ਮਾਰਨਗੇ, ਤਾਂ ਤੁਹਾਡੇ ਨਾਨਕ ਜੀ ਬਾਹਰ ਬੈਠ ਗਏ ਹਨ। ਅਸ ਸੁਨ ਕਾਲੂ ਕ੍ਰੋਧ ਨ ਥੋਰਾ। ਜਦੋਂ ਇਸ ਤਰ੍ਹਾਂ ਸੁਣਿਆ ਪਿਤਾ ਕਲਿਆਣ ਦਾਸ ਜੀ ਨੇ, ਕ੍ਰੋਧ ਨ ਥੋਰਾ, ਗੁੱਸਾ ਥੋੜਾ ਨਹੀਂ ਬਹੁਤਾ ਜ਼ਿਆਦਾ ਆ ਗਿਆ। ਇੱਕਦਮ ਅੱਖਾਂ ਲਾਲ ਤੇ ਖਾਲਸਾ ਬੁੱਲ ਫੜਕਣ ਲਗੇ। ਪਰਸਤ ਕ੍ਰਿਤ ਜਿਉ ਪਾਵਕ ਜੋਰਾ। ਜਿਵੇਂ ਅੱਗ ਬਲਦੀ ਹੋਵੇ ਨਾ, ਪਹਿਲਾਂ ਹੀ ਅੰਦਰ ਅੱਗ ਸੀ, ਗੁੱਸਾ ਜ਼ਿਆਦਾ, ਤੇ ਮਾਨੋ ਉੱਤੋਂ ਘਿਓ ਪਾ ਦੋ ਨਾ, ਅੱਗ ਭੜਕਦੀ ਹੈ ਹੋਰ। ਤੇ ਇਸ ਤਰ੍ਹਾਂ ਪਹਿਲਾਂ ਹੀ ਗੁੱਸਾ ਬੜਾ ਜ਼ਿਆਦਾ ਸੀ। ਜਦੋਂ ਇਹ ਬਚਨ ਸੁਣੇ ਘਿਓ ਵਾਲੇ, ਹੋਰ ਗੁੱਸਾ ਭੜਕ ਗਿਆ। ਕਹੇ ਕਿ ਮੁਝ ਕੋ ਦੇਹੋ ਬਤਾਈ। ਪਿਤਾ ਜੀ ਕਹਿਣਗੇ ਚਲੋ ਬਾਲਾ ਜੀ ਕਿੱਥੇ ਹਨ, ਮੈਨੂੰ ਦੱਸੋ ਕਿੱਥੇ ਨਾਨਕ ਜੀ ਬੈਠੇ ਹਨ। ਚਲੋ ਸੰਗ ਬੈਸਿਓ ਜੈ ਥਾਈ। ਚਲੋ ਜਿਸ ਥਾਂ ਤੇ ਬੈਠੇ ਨਾਲ ਜਾਓ ਮੇਰੇ। ਮੁਖ ਤੇ ਬੋਲਤ ਗਿਰਾ ਕਠੋਰਾ। ਮੁਖ ਤੋਂ ਕਠੋਰ ਬਚਨ ਬੋਲਦੇ ਹੋਏ ਪਿਤਾ ਕਾਲੂ ਜੀ ਮੇਰੇ ਨਾਲ ਨਾਲ ਆਣ ਲੱਗੇ। ਲੈ ਮੁਝ ਸੰਗ ਚਲਿਓ ਤਿਨ ਓਰਾ। ਬਾਲਾ ਜੀ ਨੂੰ ਨਾਲ ਨਾਲ ਲੈ ਕੇ ਗੁਰੂ ਨਾਨਕ ਮਹਾਰਾਜ ਵੱਲ ਜਾ ਰਹੇ ਹਨ। ਸੁਨੀ ਮਾਤ ਸਭ ਧਨ ਕੀ ਗਾਥਾ। ਮਾਤਾ ਤ੍ਰਿਪਤਾ ਨੇ ਸਾਰੀ ਗੱਲ ਸੁਣ ਲਈ ਖਾਲਸਾ ਜੀ। ਉਹ ਘਰ ਵਿੱਚ ਬੈਠੇ ਸਨ। ਜਦੋਂ ਤ੍ਰਿਪਤਾ ਜੀ ਨੇ ਸਾਰੀ ਗੱਲ ਸੁਣੀ ਹੈ, ਭੋਜਨ ਗਾ ਕਾਲੂ ਰਿਸ ਸਾਥਾ। ਸਮਝ ਗਏ ਮਾਤਾ ਜੀ ਕਿ ਮੇਰੇ ਪਤੀ ਦੇਵ ਬੜੇ ਗੁੱਸੇ ਵਿੱਚ ਹਨ। ਇਹ ਜ਼ਰੂਰ ਜਾ ਕੇ ਲੱਭਣਗੇ ਨਾਨਕ ਜੀ ਨੂੰ ਤੇ ਜ਼ਰੂਰ ਮਾਰਨਗੇ। ਤੇ ਇਹ ਵਿਚਾਰ ਕੇ ਮਾਤਾ ਤ੍ਰਿਪਤਾ ਜੀ ਨੇ ਤੁਰਤ ਤਬੇ ਤਨੀਆਂ ਕੋ ਭੇਜਾ। ਉਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਨੂੰ ਭੇਜਿਆ। ਜਾ ਬੇਟੀ ਫਟਾਫਟ ਜਲਦੀ ਜਾ, ਕਿ ਹੁਣੇ ਹੁਣੇ ਭੱਜ ਕੇ ਜਾ, ਕਿ ਤੇਰੇ ਪਿਤਾ ਜੀ ਬੜੇ ਗੁੱਸੇ ਵਿੱਚ ਗਏ ਹਨ। ਪਤੀ ਰਿਸ ਤੇ ਉੱਠ ਧਰਕ ਕਰੇਜਾ। ਪਤੀ ਦੇ ਗੁੱਸੇ ਕਰਕੇ ਮਾਂ ਦਾ ਕਲੇਜਾ ਧੜਕਦਾ ਹੈ ਖਾਲਸਾ ਜੀ। ਉਹ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੁੱਤਰ ਕਿਤਨੀ ਵੀ ਗਲਤੀਆਂ ਕਰੇ ਪਰ ਮਾਂ ਤੇ ਮਾਂ ਹੀ ਹੁੰਦੀ ਹੈ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਜੀਤ ਨਾ ਰਾਖਸ ਤੇ। 20 ਰੁਪਏ ਲੰਗਰ ਛਕਾ ਕੇ ਆ ਗਏ। ਮਾਂ ਨੂੰ ਕੋਈ ਫਿਕਰ ਨਹੀਂ, ਪਰ ਫਿਕਰ ਇਹ ਹੈ ਕਿ ਪਿਤਾ ਜੀ ਗੁੱਸੇ ਵਿੱਚ ਹਨ, ਅੱਜ ਜ਼ਰੂਰ ਮਾਰਨਗੇ। ਤਾਂ ਆਖਿਆ ਬੇਟੀ ਨਾਨਕੀ ਉੱਠ ਫਟਾਫਟ ਤੇ ਛੇਤੀ ਜਾ। ਬੋਰੋ ਦਾਸੀ ਦਾਸ ਪਠਾਏ। ਬੇਬੇ ਨਾਨਕੀ ਜੀ ਦੌੜ ਕੇ ਪਿੱਛੇ ਪਿੱਛੇ ਗਏ। ਉਸ ਤੋਂ ਬਾਅਦ ਨੌਕਰ ਦਾਸੀਆਂ ਉਹ ਨਾਲ ਭੇਜੇ ਹਨ। ਹਿਤ ਬਿਲੋਕ ਨੇ ਲੋਕ ਸਿਧਾਏ। ਕਈ ਵੇਖਣ ਵਾਲੇ ਵੈਸੇ ਆ ਗਏ ਖਾਲਸਾ ਜੀਓ। ਆਲੇ ਦੁਆਲੇ ਇਕੱਠੇ ਹੋਣ ਵਾਲੇ, ਤਮਾਸ਼ਾ ਵੇਖਣ ਵਾਲੇ ਉਹ ਨਾਲ ਆ ਗਏ। ਬਹਿਰ ਜਾਏ ਪਿਕ ਜਲ ਬਿਨ ਤਾਲਾ। ਇੱਕ ਜਲ ਬਿਨ ਤਾਲਾ, ਪਾਣੀ ਤੋਂ ਬਿਨਾ ਤਾਲ ਹੈ, ਜਿੱਥੇ ਜਲ ਨਹੀਂ। ਜਦੋਂ ਉਹਦੇ ਕਿਨਾਰੇ ਪਹੁੰਚੇ ਹਨ, ਵੈਸੇ ਨੀਵ ਸਥਾਨ ਕਿਰਪਾਲਾ। ਕਿਰਪਾਲੂ ਧੰਨ ਗੁਰੂ ਨਾਨਕ ਮਹਾਰਾਜ ਨੀਵੇਂ ਥਾਂ ਤੇ ਬੈਠੇ ਹੋਏ ਹਨ। ਅਵਲੋਕਿਓ ਕਾਲੂ ਜਹ ਕਾਲਾ। ਜਿਸ ਵੇਲੇ ਪਿਤਾ ਕਾਲੂ ਜੀ ਨੇ ਵੇਖਿਆ ਹੈ ਗੁਰੂ ਨਾਨਕ ਮਹਾਰਾਜ ਜੀ ਨੂੰ, ਬੋਲਤ ਭਾ ਦੁਰਬਚਨ ਬਿਸਾਲਾ। ਉਸ ਵੇਲੇ ਦੁਰਬਚਨ, ਆਪਣੇ ਵੱਲੋਂ ਕਠੋਰ ਬਚਨ ਪਿਤਾ ਕਾਲੂ ਜੀ ਕਹਿਣ ਲੱਗੇ। ਗੈ ਕਰ ਬੂਜਤ ਰਿਸ ਕਰ ਭਾਰੀ। ਮਹਾਰਾਜ ਬੈਠੇ ਹਨ, ਉਹਨਾਂ ਦੀ ਬਾਹ ਫੜ ਲਈ। ਜਿਵੇਂ ਹੁੰਦਾ ਨਾ ਕੋਈ ਪਿਓ ਗੁੱਸੇ 'ਚ ਹੋਵੇ, ਦੱਸੋ ਬੋਲਦਾ ਨਹੀਂ। ਤੇ ਪਿਤਾ ਜੀ ਕਹਿਣਗੇ ਦੱਸ ਨਾਨਕ ਬੇਟਾ ਬੋਲਦਾ ਨਹੀਂ। ਤੇ ਗੁੱਸੇ 'ਚ ਆ ਕੇ ਬਾਹ ਫੜ ਕੇ ਹਿਲਾਇਆ। ਕਹਾਂ ਕਾਰਖਿਕ ਸਦਨੀ ਉਜਾਰੀ। ਉਹ ਘਰ ਉਜਾੜੂ ਕਿੱਥੇ ਮੇਰੇ 20 ਰੁਪਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਹੀਂ ਪੁੱਛਿਆ ਤੇਰਾ ਕੀ ਹਾਲ ਚਾਲ ਹੈ, ਉਹ ਕਿੱਥੇ ਮੇਰੇ 20 ਰੁਪਏ ਦੱਸ ਪਹਿਲਾਂ। ਉਹ ਮੇਰੇ ਘਰ ਉਜਾੜੂ ਕਿੱਥੇ ਹਨ 20 ਰੁਪਏ ਮੇਰੇ। ਕਹਾਂ ਬਨਜ ਜੋ ਤੈਂ ਕਰ ਲਿਆਇਓ। ਕਿਹੜਾ ਵਪਾਰ ਹੈ ਜਿਹੜਾ ਤੂੰ ਕਰਕੇ ਲਿਆਇਆ, ਦਿਖਾ। ਕਿਹੜਾ ਖਰਾ ਸੌਦਾ ਕੀਤਾ, ਵਿਖਾ ਤਾਂ ਸਹੀ। ਜਿਹੜੇ 20 ਰੁਪਏ ਲੈ ਗਿਆ ਸੀ। ਘਰ ਜਨਮਿਓ ਮਮ ਨਾਮ ਗਵਾਇਓ। ਤੂੰ ਮੇਰੇ ਘਰ ਜੰਮਿਆ ਹੈ, ਮੇਰਾ ਨਾਂ ਗਵਾ ਛੱਡਿਆ ਹੈ, ਮੇਰਾ ਨਾਂ ਮਿੱਟੀ 'ਚ ਮਿਲਾ ਛੱਡਿਆ ਹੈ। ਇਹ
ਕੀ ਪਤਾ ਖਾਲਸਾ ਜੀਓ, ਅੱਜ ਪਿਤਾ ਜੀ ਕਹਿ ਰਹੇ ਨਾਮ ਮਿੱਟੀ 'ਚ ਮਿਲਾ ਛੱਡਿਆ ਤੇ ਕੱਲ ਇਹੀ ਹੋਣਾ ਸੀ। ਕਰ ਕਰ ਬਾਬਾ ਗਾਵੀਐ, 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 ਕਰ ਕਰ ਬਾਬਾ ਗਾਵੀਐ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਾਰੀ ਦੁਨੀਆ ਵਿੱਚ ਇਹ ਵਡਿਆਈ ਪ੍ਰਗਟ ਹੋਣੀ ਸੀ। ਅੱਜ 20 ਰੁਪਏ ਦਾ ਲੰਗਰ ਸਾਰੀ ਦੁਨੀਆ ਨੂੰ ਯਾਦ ਹੈ। ਇਹ ਸਾਖੀ ਸਾਰੀ ਦੁਨੀਆ ਨੂੰ, ਬੱਚੇ ਬੱਚੇ ਨੂੰ ਯਾਦ ਹੈ ਖਾਲਸਾ ਜੀਓ। ਇਹ ਸਾਖੀ ਨਹੀਂ, ਇਹ ਗੁਰੂ ਨਾਨਕ ਪਾਤਸ਼ਾਹ ਆਪ ਹਨ। ਤੇ ਪਿਤਾ ਜੀ ਕਹਿ ਰਹੇ ਬੇਟਾ ਕਿੱਥੇ ਘਰ ਉਜਾੜੂ ਮੇਰੇ 20 ਰੁਪਏ, ਕਿ ਤੂੰ ਤਾਂ ਮੇਰਾ ਘਰ ਉਜਾੜ ਛੱਡਿਆ ਹੈ, ਮੇਰਾ ਨਾਮ ਮਿੱਟੀ 'ਚ ਬਣਾ ਛੱਡਿਆ ਹੈ। ਸੁਨ ਕਮਲਾਨਨ ਤੂਸ਼ਨ ਠਾਨੀ। ਪਰ ਮਹਾਰਾਜ ਨਹੀਂ ਬੋਲੇ ਖਾਲਸਾ ਜੀ। ਦੇਖੋ ਐਸੇ ਪੁੱਤਰ ਹੋਣ, ਪਿਤਾ ਸਾਹਮਣੇ ਨਹੀਂ ਬੋਲੇ, ਭਾਵੇਂ ਦੇਖੋ ਉਮਰ ਥੋੜੀ ਜਿਹੀ ਵੱਡੀ ਹੋ ਰਹੀ ਹੈ, ਪਰ ਕੋਈ ਨਹੀਂ ਬੋਲੇ, ਚੁੱਪ ਰਹੇ। ਮਹਾਰਾਜ ਆਪਣੇ ਪਿਤਾ ਸਾਹਮਣੇ ਕੁਛ ਬਚਨ ਨਹੀਂ ਕੀਤਾ। ਪਿਤ ਬੁਲਾਏ ਨੈ ਬੋਲਤ ਬਾਨੀ। ਪਿਤਾ ਜੀ ਬੁਲਾਉਂਦੇ ਬੇਟਾ ਬੋਲ, ਕਿੱਥੇ 20 ਰੁਪਏ, ਪਰ ਗੁਰੂ ਨਾਨਕ ਪਾਤਸ਼ਾਹ ਚੁੱਪਚਾਪ ਖੜੇ ਹਨ। ਜਾਂ ਤੇ ਅਧਿਕ ਕ੍ਰੋਧ ਕਰ ਕਾਲੋ। ਪਿਤਾ ਜੀ ਨੂੰ ਹੋਰ ਗੁੱਸਾ ਆ ਗਿਆ ਕਿ ਬੋਲਦਾ ਕਿਉਂ ਨਹੀਂ। ਹੋਰ ਜਦੋਂ ਗੁੱਸਾ ਆਇਆ, ਕਰੀ ਤਾੜਨਾ ਤਰਾਸ ਬਿਸਾਲੋ। ਬੜੀ ਤਾੜਨਾ ਕੀਤੀ, ਗੁੱਸੇ 'ਚ ਆ ਕੇ ਹੋਰ ਤਾੜਨਾ ਕਰਨ ਲੱਗੇ, ਡਰਾਉਣ ਲੱਗੇ। ਦਾਹਿਨ ਹਾਥ ਤੇ ਬਾਮ ਕਪੋਲਾ। ਤੇ ਖਾਲਸਾ ਜੀ ਸੱਜੇ ਹੱਥ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਖੱਬੀ ਗਲ ਤੇ ਪਿਤਾ ਜੀ ਨੇ ਚੰਡ ਮਾਰੀ ਹੈ। ਹਨੇ ਤਮਾਚੇ ਬਲ ਸੋ ਤੇਲ ਤੋਲਾ। ਪੂਰੇ ਬਲ ਨਾਲ। ਜਦੋਂ ਬੰਦਾ ਗੁੱਸੇ 'ਚ ਹੋਵੇ ਨਾ, ਉਸ ਤੋਂ ਕੰਟਰੋਲ ਨਹੀਂ ਹੁੰਦਾ ਖਾਲਸਾ ਜੀ। ਕੰਟਰੋਲ ਨਹੀਂ ਹੋਇਆ। ਪੂਰੇ ਬਲ ਨਾਲ ਸੱਜੇ ਹੱਥ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਕੋਮਲ ਕੋਮਲ ਗੱਲਾਂ ਉੱਤੇ, ਖੱਬੀ ਗੱਲ ਉੱਤੇ ਜਦੋਂ ਤਮਾਂਚਾ ਮਾਰਿਆ, ਚੰਡ ਮਾਰੀ ਹੈ। ਬਾਮ ਹਾਥ ਤੇ ਦਹਿਨ ਗੰਡ ਸਥਲ। ਖਾਲਸਾ ਜੀ ਫਿਰ ਖੱਬੇ ਹੱਥ ਨਾਲ ਸੱਜੀ ਗੱਲ ਤੇ ਜਿੱਥੇ ਗੰਡ ਸਥਲ ਹੈ, ਖਾਲਸਾ ਜੀ ਇਹ ਕੰਨ ਦੇ ਥੱਲੇ ਗੰਡ ਸਥਲ ਹੈ, ਜਦੋਂ ਇੱਥੇ ਫਿਰ ਚੰਡਾ ਮਾਰੀਆਂ। ਹਨੇ ਚਪੇਟਨ ਰਿਸ ਕਰ ਨਿਜ ਬਲ। ਕਿ ਨਹੀਂ, ਥਾੜ 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 ਚੱਲਦੀ ਰਹੀ ਖਾਲਸਾ ਜੀ। ਜਦੋਂ ਬੰਦਾ ਗੁੱਸੇ 'ਚ ਹੋਵੇ ਨਾ, ਉਸ ਤੋਂ ਕੰਟਰੋਲ ਨਹੀਂ ਹੁੰਦਾ। ਇਧਰੋਂ ਸੱਜੇ ਹੱਥ ਨਾਲ ਖੱਬੇ ਹੱਥ ਨਾਲ, ਜਿਵੇਂ ਹੁੰਦਾ ਨਾ ਕੋਈ ਗੁੱਸੇ 'ਚ ਆਵੇ ਮਾਰੀ ਜਾਂਦਾ ਹੈ, ਤੇ ਮਾਰੀ ਗਏ ਪਿਤਾ ਜੀ। ਸ਼੍ਰੀ ਨਾਨਕ ਕੇ ਨੈਣਨ ਨੀਰਾ। ਗੁਰੂ ਨਾਨਕ ਪਾਤਸ਼ਾਹ ਦੇ ਨੇਤਰਾਂ ਵਿੱਚੋਂ ਖਾਲਸਾ ਜੀਓ, ਨੈਣਨ ਨੀਰਾ, ਅੱਖਾਂ ਵਿੱਚੋਂ ਜਿਹੜੇ ਹੰਝੂ ਬਾਹਰ ਆਏ ਉਸ ਵੇਲੇ। ਨਿਕਸ ਚਲਿਓ ਜਿਉ ਮਾਨੀ ਪੀਰਾ। ਅੱਖਾਂ 'ਚੋਂ ਹੰਝੂ ਆ ਹੀ ਗਏ ਬਾਹਰ, ਜਿਵੇਂ ਪੀੜਾ ਮਰਦੇ ਹੋਣ। ਦੁੱਖ ਕੀ ਹੈ? ਦੁੱਖ ਇਹ ਨਹੀਂ ਵੀ ਪੈਸੇ ਉਜਾੜ ਕੇ ਆਏ, ਇਸ ਨਹੀਂ। ਦੁੱਖ ਇਹ ਨਹੀਂ ਕਿਉਂ ਕਿ ਪਿਤਾ ਜੀ ਦਾ ਗੁੱਸਾ ਠੀਕ ਹੋਵੇਗਾ। ਦੁਨੀਆ ਦੇ ਲੋਕਾਂ ਦਾ ਗੁੱਸਾ ਐਸਾ ਹੀ ਹੁੰਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਬੋਲੇ ਵੀ ਨਹੀਂ, ਅੱਗੋਂ ਗੱਲ ਵੀ ਨਹੀਂ ਪਿੱਛੇ ਕੀਤੀ, ਗੱਲ ਸਾਹਮਣੇ ਆ। ਪਤਾ ਵੀ ਕੋਈ ਗੱਲ ਨਹੀਂ, ਹੁਣ ਤਾਂ ਪੈਣੀਆਂ ਹੀ ਹੈ, ਪਰ ਅੱਖਾਂ 'ਚੋਂ ਹੰਝੂ ਆ ਰਹੇ ਹਨ ਮਹਾਰਾਜ ਦੇ। ਮਨੋ ਮੀਨ ਦੋ ਪੀ ਕਰ ਪਾਨੀ। ਮਾਨੋ ਦੋ ਮੱਛੀਆਂ, ਦੋ ਮੱਛ ਪਾਣੀ 'ਚੋਂ ਪਾਣੀ ਪੀ ਕੇ ਬਾਹਰ ਆਈਆਂ ਹੋਣ। ਬਮਨਤ ਸੋ ਅਸ ਪਰ ਹੀ ਜਾਨੀ। ਤੇ ਇਸ ਤਰ੍ਹਾਂ ਪਾਤਸ਼ਾਹ ਦੇ ਚਿਹਰੇ ਤੇ ਉਹ ਹੰਝੂ ਆ ਰਹੇ ਖਾਲਸਾ ਜੀਓ। ਉਹ ਨੇਤਰ ਮਾਨੋ ਦੋ ਮੱਛ ਹੋਣ, ਉਹਨਾਂ ਮੱਛਾਂ 'ਚੋਂ ਜਿਵੇਂ ਕਹ ਲੋ ਪਾਣੀ ਚੋਂਦਾ ਨਾ, ਮੱਛੀ ਪਾਣੀ 'ਚੋਂ ਬਾਹਰ ਆਉਂਦੀ, ਪਾਣੀ ਚੋਂਦਾ ਹੈ ਖਾਲਸਾ ਜੀ। ਇਸੇ ਤਰ੍ਹਾਂ ਪਾਤਸ਼ਾਹ ਦੇ ਨੇਤਰਾਂ ਵਿੱਚੋਂ ਉਹ ਹੰਝੂ ਵਗਣ ਲੱਗੇ। ਭਰੇ ਕਮਲ ਦਲ ਜਲ ਜਿਉ ਸੋਭਾ। ਜਿਵੇਂ ਕਮਲ ਦਲ, ਕਮਲ ਦੀਆਂ ਪੱਤੀਆਂ ਦੇ ਉੱਤੇ ਬੜਾ ਸੋਹਣਾ ਸੋਹਣਾ ਪਾਣੀ ਬਰੀਕ ਜਿਹਾ ਹੁੰਦਾ, ਬੂੰਦਾਂ ਹੁੰਦੀਆਂ। ਉਹ ਇਤਨੀ ਸੋਭਾ ਵਾਲੀ ਇਹ ਬੂੰਦਾਂ ਹਨ
ਤੇ ਗੁਰੂ ਨਾਨਕ ਪਾਤਸ਼ਾਹ ਦੇ ਇਹਨਾਂ ਗੱਲਾਂ ਉੱਤੇ ਉਹ ਬੂੰਦਾਂ ਆ ਗਈਆਂ ਖਾਲਸਾ ਜੀਓ। ਕਵੀ ਜੀ ਮਾਨੋ ਸਾਹਮਣੇ ਖੜੇ ਹੋਣ, ਸਾਹਮਣੇ ਖੜ ਕੇ ਨਕਸ਼ਾ ਬੰਦੇ ਹੋਣ ਕਿ ਸੋਹਣੇ ਕਮਲ ਗੁਰੂ ਨਾਨਕ ਪਾਤਸ਼ਾਹ ਦੇ ਇਹ ਗੱਲ ਤੇ ਉਹਨਾਂ ਉੱਤੇ ਜਿਹੜੀਆਂ ਬੂੰਦਾਂ ਹਨ ਹੰਝੂ ਦੀਆਂ ਉਹ ਇਤਨਾ ਸੋਹਣੀਆਂ ਲੱਗ ਰਹੀਆਂ ਹਨ। ਬੁੰਦਨ ਪਰ ਮੁਕਤਾ ਛਬ ਲੋਭਾ, ਤੇ ਮਾਨੋ ਖਾਲਸਾ ਮੁਕਤਾ ਛਬ ਲੋਭਾ, ਉਹ ਬੂੰਦਾਂ ਨਹੀਂ ਹੀਰੇ ਮੋਤੀ ਮੁਕਤੇ, ਇਤਨਾ ਦੀ ਇਸ ਤਰ੍ਹਾਂ ਦੀ ਸੋਭਾ ਹੈ ਪਾਤਸ਼ਾਹ ਦੀ। ਸੋਹਤ ਪਰ ਗਏ ਨੀਲ ਕਪੋਲਾ, ਖਾਲਸਾ ਜੀ ਇਹਨਾਂ ਕਪੋਲਾਂ ਗੱਲਾਂ ਉੱਤੇ ਨੀਲ ਪੈ ਗਿਆ, ਮਾਨੋ ਉਹ ਮੋਤੀ ਨਹੀਂ ਨੀਲ ਪੈ ਗਿਆ ਹੋਵੇ ਕਿ ਪਾਤਸ਼ਾਹ ਦੇ ਇਹਨਾਂ ਗੱਲਾਂ ਉੱਤੇ ਜਦੋਂ ਚੰਡਾ ਮਾਰੀਆਂ ਥਾੜ ਥਾੜ ਕਰਦੀਆਂ ਤੇ ਮਾਨੋ ਨੀਲ ਪੈ ਗਿਆ ਹੋਵੇ। ਜੋ ਉਤਪਲ ਪਰ ਅਲਿਨ ਅਡੋਲਾ, ਜਿਵੇਂ ਕਿਸੇ ਫੁੱਲ ਕਮਲ ਦੇ ਫੁੱਲ ਉੱਤੇ ਅਲਿਲ ਅਡੋਲਾ ਕਿ ਅਡੋਲ ਆ ਕੇ ਭੋਰੇ ਬਹਿ ਜਾਣ, ਭੋਰੇ ਆ ਕੇ ਜਦੋਂ ਬਹਿੰਦੇ ਨਾ ਉਹ ਹਿਲਦੇ ਨਹੀਂ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਇਹ ਗੱਲਾਂ ਇਹ ਕਮਲ ਫੁੱਲ ਵਾਂਗ ਹਨ ਤੇ ਭੋਰੇ ਇਹ ਹੰਝੂ ਹਨ, ਮਾਨੋ ਉੱਥੇ ਆ ਕੇ ਜੰਮ ਗਏ ਹੋਣ। ਕਿਦੋਂ ਹੋਤੋ ਅਕਲੰਕ ਮਯੰਕਾ, ਮਾਨੋ ਬਿਅੰਕਾ ਕਹਿੰਦੇ ਚੰਦਰਮਾ, ਚੰਦਰਮਾ ਨੂੰ ਕਲੰਕ ਹੈ ਪਰ ਗੁਰੂ ਨਾਨਕ ਪਾਤਸ਼ਾਹ ਦੇ ਚਿਹਰੇ ਨੂੰ ਕੋਈ ਕਲੰਕ ਨਹੀਂ ਖਾਲਸਾ ਜੀਓ। ਮਾਨੋ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਚਿਹਰਾ ਹੈ ਕਲੰਕ ਤੋਂ ਬਿਨਾ ਇਹ ਚੰਦਰਮਾ ਹੈ। ਮ੍ਰਿਗ ਛਾਲਾ ਤੇ ਭਇਓ ਸੋ ਅੰਕਾ, ਜਦੋਂ ਖਾਲਸਾ ਜੀ ਮ੍ਰਿਗ ਦੀ ਛਾਲਾ ਪੈਂਦੀ ਹੈ ਉਸ ਉੱਤੇ ਚੰਦਰਮਾ ਉੱਤੇ ਤੇ ਦਾਗ ਪੈ ਜਾਂਦੇ ਹਨ ਤੇ ਗੁਰੂ ਨਾਨਕ ਪਾਤਸ਼ਾਹ ਦੇ ਕਲੰਕ ਚਿਹਰੇ ਤੇ ਜਦੋਂ ਚੰਡਾ ਪਈਆਂ ਤੇ ਉਹ ਨੀਲੇ ਨੀਲੇ ਦਾਗ ਪੈ ਗਏ। ਪਹੁੰਚੀ ਨਿਕਟ ਨਾਨਕੀ ਤੂਰਨ, ਚੰਡਾ ਮਾਰ ਰਹੇ ਸਨ ਤੇ ਫਟਾਫਟ ਬੇਬੇ ਨਾਨਕੀ ਜੀ ਨੇੜੇ ਪਹੁੰਚ ਗਏ ਖਾਲਸਾ ਜੀ, ਫਟਾਫਟ ਦੌੜ ਕੇ ਆਏ। ਵੱਡੇ ਸਨ 5 ਸਾਲ ਮਹਾਰਾਜ ਤੋਂ ਤੇ ਜਦੋਂ ਫਟਾਫਟ ਆਏ ਹਨ ਪਿਤ ਕਰ ਗਇਓ ਜੋ ਰਿਸ ਮੈਂ ਪੂਰਨ, ਜਿਹੜੇ ਪਿਤਾ ਜੀ ਬੜੇ ਗੁੱਸੇ ਨਾਲ ਚੰਡਾ ਮਾਰੀ ਜਾ ਰਿਹਾ, ਦਾੜ ਦਾੜ ਕਰਦੀ ਮਾਰੇ, ਰੁਕੇ ਨਹੀਂ। ਰੁਕਾਇਆ ਕਿਨੇ? ਬੇਬੇ ਨਾਨਕੀ ਜੀ ਨੇ ਖਾਲਸਾ ਜੀ। ਫਟਾਫਟ ਜਾ ਕੇ ਹੱਥ ਫੜ ਲਏ ਕਿ ਨਾ ਪਿਤਾ ਜੀ ਨਾ ਮਾਰੋ, ਮੇਰੇ ਨਾਨਕ ਨੂੰ ਨਾ ਮਾਰੋ। ਬਹੁਰ ਬਿਲੋਕਨ ਲੋਕ ਜੇ ਆਏ, ਜਦੋਂ ਬੇਬੇ ਨਾਨਕੀ ਨੇ ਖਾਲਸਾ ਰੋਕਿਆ ਨਾ, ਬੇਬੇ ਨਾਨਕੀ ਦੀ ਅੱਖਾਂ ਚੋਂ ਹੰਝੂ ਆ ਗਏ ਸਨ ਕਿ ਜਦੋਂ ਚਿਹਰਾ ਦੇਖਿਆ ਗੁਰੂ ਨਾਨਕ ਪਾਤਸ਼ਾਹ ਦਾ। ਬੇਬੇ ਨਾਨਕੀ ਨੇ ਰੱਬ ਕਰਕੇ ਜਾਣਿਆ ਗੁਰੂ ਨਾਨਕ ਪਾਤਸ਼ਾਹ ਨੂੰ। ਪਹਿਲੀ ਜੇ ਸਿੱਖਣੀ ਕਹਿ ਲੋ ਬੇਬੇ ਨਾਨਕੀ ਹੈ, ਪਹਿਲੀ ਬਖਸ਼ਿਸ਼ ਲੈਣ ਵਾਲੀ ਖਾਲਸਾ ਜੀਓ ਦੌਲਤਾ ਦਾਈ ਜਿਹਨੇ ਰੱਬੀ ਰੂਪ ਵਿੱਚ ਪਹਿਲੇ ਦਰਸ਼ਨ ਕੀਤੇ ਤੇ ਸਿੱਖਣੀ ਹੋਣ ਦਾ ਮਾਣ ਮਿਲਿਆ ਬੇਬੇ ਨਾਨਕੀ ਜੀ ਨੂੰ। ਉਹ ਕਹਿਣ ਲੱਗੀ ਨਾ ਪਿਤਾ ਜੀ ਨਾ ਮਾਰੋ ਮੇਰੇ ਵੀਰ ਨੂੰ, ਨਾ ਮਾਰੋ ਮੇਰੇ ਪ੍ਰਮਾਤਮਾ ਨੂੰ, ਇਹ ਕਾਲ ਪੁਰਖ ਹਨ। ਹੱਥ ਰੋਕ ਲਏ ਖਾਲਸਾ ਜੀ। ਹੁਣ ਜਦੋਂ ਬੇਟੀ ਹੱਥ ਰੋਕੇ ਨਾ ਤੇ ਰੁਕ ਜਾਂਦੇ ਖਾਲਸਾ ਜੀ, ਵੈਸੇ ਰੁਕਦੇ ਨਹੀਂ ਸਨ। ਜਿਹੜੇ ਲੋਕਣ ਵਾਲੇ ਹੋਰ ਬੰਦੇ ਵੇਖਣ ਵਾਲੇ ਆ ਗਏ, ਆਂਢ ਗਵਾਂਢ ਵਾਲੇ, ਵਰਜਿਓ ਬਹੁਤ ਭਾਂਤ ਸਮਝਾਏ, ਸਭ ਨੇ ਰੋਕਿਆ, ਬਸ ਕਰੋ ਨਾਨਕ ਜੀ, ਬਸ ਕਰੋ ਕਾਲੂ ਜੀ, ਬਸ ਕਰੋ। ਸਭ ਨੇ ਰੋਕਿਆ ਖਾਲਸਾ ਜੀ ਤੇ ਤਾਂ ਪਿਤਾ ਕਾਲੂ ਜੀ ਰੁਕੇ ਹਨ। ਸੁਖ ਸਾਗਰ ਕੋ ਲੈ ਨਿਜ ਸੰਗਾ, ਤੇ ਬੇਬੇ ਨਾਨਕੀ ਜੀ ਸੁੱਖਾਂ ਦੇ ਸਾਗਰ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਨਾਲ ਲੈ ਕੇ ਨਰ ਪਹੁੰਚਤ ਮੁਖ ਪ੍ਰੇਮ ਉਮੰਗਾ, ਹੋਰ ਬੰਦੇ ਵੀ ਆ ਗਏ ਖਾਲਸਾ ਜੀ। ਤੇ ਬੇਬੇ ਨਾਨਕੀ ਜੀ ਆਪਣੇ ਵੀਰ ਦੇ ਖਾਲਸਾ ਆਪਣੇ ਪੱਲੂ ਨਾਲ ਉਹਨਾਂ ਦੇ ਹੰਝੂ ਪੁੰਝ ਰਹੇ ਹਨ ਖਾਲਸਾ ਜੀ। ਤੇ ਜਿਹੜੇ ਹੰਝੂ ਗੱਲਾਂ ਤੇ ਆਏ, ਕੱਪੜਿਆਂ ਤੇ ਆ ਗਏ, ਉਹ ਹੰਝੂ ਸਾਫ਼ ਕਰ ਰਹੇ ਹਨ। ਮ੍ਰਿਦੁਲ ਗਿਰਾ ਕਹਿ ਦੇਤ ਦਿਲਾਸਾ, ਜਿਹੜੇ ਹੋਰ ਬੰਦੇ ਪਿਆਰੇ ਦੇਖਣ ਵਾਲੇ ਉਹ ਮਿੱਠੇ ਕੋਮਲ ਬਚਨ ਕਹਿ ਰਹੇ, ਕੋਈ ਗੱਲ ਨਹੀਂ, ਫਿਕਰ ਛੱਡੋ, ਕੋਈ ਗੱਲ ਨਹੀਂ। ਕੁਝ ਬੰਦੇ ਚਲੇ ਗਏ ਪਿਤਾ ਕਾਲੂ ਜੀ ਕੋਲ, ਕੁਛ ਆ ਗਏ ਗੁਰੂ ਨਾਨਕ ਪਾਤਸ਼ਾਹ ਕੋਲ, ਦੋਵਾਂ ਨੂੰ ਹੌਸਲਾ ਦੇ ਰਹੇ ਹਨ। ਪਿਤਾ ਜੀ ਬੜੇ ਗੁੱਸੇ ਸਨ, ਕਹਿਣ ਲੱਗੇ ਛੱਡੋ ਕੋਈ ਗੱਲ ਨਹੀਂ, 20 ਰੁਪਏ ਹਨ, ਛੱਡੋ ਕੋਈ ਗੱਲ ਨਹੀਂ। ਤੇ ਕੁਛ ਆ ਗਏ ਪਿਤਾ ਕਾਲੂ ਜੀ ਵੱਲ, ਕੁਛ ਬੰਦੇ ਆ ਗਏ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਵੱਲ, ਕਹਿਣਗੇ ਬੇਟਾ ਕੋਈ ਗੱਲ ਨਹੀਂ, ਜੋ ਹੋ ਗਿਆ ਛੱਡ ਪਰੇ ਹੁਣ। ਤੇ ਇਸ ਤਰ੍ਹਾਂ ਦਿਲਾਸਾ ਦੇਣ ਲੱਗੇ। ਮੰਦ ਮੰਦ ਗਮਨੇ ਪੁਰ ਆਸਾ, ਮੰਦ ਮੰਦ ਆਸਤਾ ਆਸਤਾ ਚਲਦੇ ਚਲਦੇ ਮਹਾਰਾਜ
अपनी नगरी वाल अपने घर वाल जान लगे। मात बिलोकत लोचन ते लाई। माता जी तृप्ता जी वेख रहे हैं कि कदों आणगे कदों आणगे। पता है माता जी नू कि मेरे पति देव जी गुस्से विच गए सन, बेबे नानकी तई भेजिया सी, पर माता जी दा अजे भी उड़ीक है। पता है माता नू कि जरूर अज मेरे नानक नू कुछ होना है, कुछ चंडा पैणियां हन, गुस्से जरूर कुछ कहणगे। ता माता जी दे नेत्र उस रस्ते वाल हन भी इसे रस्ते तो आणगे। ते माता जदों वेख रहे सन, उड़ीक कर रहे सन, पूरन प्रेम वहर पुर ते आई। जदों सामने गुरु नानक पातशाह दे ओ नेत्र आए, पातशाह दे नेत्रा तो हंझू अजे भी वह रहे सन। खालसा जी गल भी खालसा जी लाल कह लो, कुछ लाल हो गए, कुछ नील पै गया, ते उन्हां गल्लां उत्ते गिला गिला ज रस पै गया। खालसा जी आखो सतनाम। श्री वाहिगुरु। अखां भी सजल हो गई पातशाह दियां। पिता जी ने सुभाव गुस्से वाला, ते माता तृप्ता जी ने जदों वेख्या कि मेरे नानक जी सामने आ रहे हन, सजल बिलोचन सुतै बिलोकी। जदों अपने सुतह बेटे वाल देखिया, साहिबजादे वाल देखिया, गुरु नानक पातशाह वाल वेख्या, इन्हां दे नेत्र सजल हन, नेत्रां विच हंझू है, नेत्रां 'च पानी है, नेत्रां 'च बैराग है। जदों ये वेख्या है भाई प्रेम की उमग अरोकी। ते माता जी ने रुकिया नहीं गया। खालसा जी मां दे मन विच इतना प्रेम दी उमंग जागी और रोकी, वो रुकी नहीं, वो मल्लो मल्ली प्रेम दी उमंग बाहर आ गई। कंठ लगाए नैन भर आए। मां ने अपने बेटे नूं अपने गले नाल ला लिया। माता तृप्ता जी दे अखां चों भी हंझू भर के बाहर आ गए। खालसा जी जदों जिवें जिवें गले नाल लाउंदी है माता, वो दुख नूं सहन करदी है। वो दुख गुरु नानक पातशाह नूं नहीं आया, वो मां नूं आया। खालसा जी ते मां दी अखां चों ओ हंझू बाहर आ गए। अश्रु संग सुत अंग पिगाए। गुरु नानक पातशाह दी माता माता तृप्ता जी, जिन्हां दे हंझूआं नाल गुरु नानक पातशाह दे सारे शरीर दे अंग भिज गए। खालसा जी उधर तक कुछ हंझू आए होने ना, मां नूं ज्यादा बैराग है, ज्यादा प्रेम है, ज्यादा हंझू बाहर आए। ते मां दी अखां चों जड़े हंझू बाहर आए, गुरु नानक पातशाह दे ओ सारे जड़े कपड़े सन, शरीर दे सारे अंग भिज गए। आन सदन में बदन निहारी। जदों आके वेख्या अपने साहिबजादे दा मुखड़ा कि मेरे साहिबजादे मेरे बेटा जी दा ए मुखड़ा है। पहुंचत चारो बिलोचन बारी। ते बड़े सोहणे खालसा जी नेत्रा नूं माता साफ करदी अपने पल्लू नाल, जेड़ा खास चुन्नी हुंदी है जां होर कपड़ा हुंदा है, उस नाल माता जी ओ नेत्र साफ कर रहे हन। सुत ना करो कारज अब को। बेटा आज तो बाद तुसी कोई काम नहीं करना। बस मां भी गुस्से च आ गई, बेटा आज तो बाद तुसी कोई काम नहीं करना। विचरो पुर में स्वेच्छा हो। जिथे घूमना घूमो, जिथे रहना अपनी इच्छा नाल रहो, तुसी कोई काम नहीं करना आज तो बाद। जे ना करोगे को व्यवहारा। ये कोई व्यवहार नहीं भी करोगे कोई गल नहीं। न बिगड़े कछ होए नारा। कुछ बिगाड़ता नहीं होवेगा, झगड़ा तो नहीं होवेगा। घर बैठे रहोगे, काम तो नहीं करोगे कोई गल नहीं। ये काम नहीं करोगे कोई झगड़ा भी नहीं होवेगा। सदन दीन सुख सर्ब विधाता। रब ने सानू बड़ा कुछ बख्शिश किया है, इतना रब ने दिता है, साडे तो सामया नहीं जा रहा। बैठे सदा रहो रंग राता। बेटे इत्थे बैठे रंग रते रहो, बस रब दे प्रेम रंग विच रते रहो, इत्थे आनंद माणो। केतक मानव देखन हारे। इस तरह जदों माता जी ने यह बचन आके जेडे कुछ बंदे वेखण वाले सन, जस पद गए राय के द्वारे। फटाफट चल के राय बुलार दे कोल चले गए। खालसा जी कोई वेखण वाले होर सन जिन्हों पता सी राय बुलार दा बड़ा स्नेह है गुरु नानक पातशाह नाल। जदों राय बुलार कोल गए, उत्थे की स्नेहा देणगे,
ਤੇ ਰਾਏ ਬੁਲਾਰ ਦੇ ਮਨ ਵਿੱਚ ਕਿਤਨੀ ਉਮੰਗ ਜਾਗੇਗੀ। ਉਹ ਉਮੰਗ ਬਾਰੇ ਆਪ ਜੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨਾ ਖਾਲਸਾ ਜੀਓ। ਉਹ ਦਰਸ਼ਨ ਹਨ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਰਾਏ ਬੁਲਾਰ ਨੇ ਸਾਰੀ ਸੰਗਤਾਂ ਨੂੰ ਕਰਾਏ। ਐਸੇ ਗੁਰੂ ਨਾਨਕ ਪਾਤਸ਼ਾਹ ਤਿੰਨ ਬੇਦਿਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੇ ਜਹ ਤੈ ਭਏ ਸਹਾਈ ਚਉਪਈ ਤਿਨ ਇਹ ਕਲਮੋ ਧਰਮ ਚਲਾਇਓ सब साधन को राहो बतायो जो ताके मार्ग में आए ते कबहू नहीं पाप संताए। ऐसे गुरु नानक पातशाह जी का प्रकाश दिहाड़ा कल सारी दुनिया विच मनाया जा रहा है। इत्थे भी कोई रब दा प्यारा, कोई सरदा भावना वाला, कोई हिंदू है, कोई मुसलमान है, कोई भी है, सब दी जुबान तो यही आवेगा धन नानक तेरी वड्डी कमाई। धन गुरु नानक पातशाह, धन गुरु नानक पातशाह। ते आप संगतां नूं अज ही गुरु नानक पातशाह बारे उन्हां दे प्रकाश दिहाड़े दी वधाइयां होण। कल मिलीए ना मिलीए अज ही वधाइयां लै लो भाई। ते गुरसिक्खां मन वधाइयां, गुरसिक्खां दे मन च वधाइयां। आप जी ने दास वालों ये वधाइयां कबूल करनियां। बेनती है खालसा जीओ जिवें 20 रुपए के प्रशादे चकाए ना पातशाह ने सारी दुनिया नूं, वो लंगर सारी दुनिया छकदी है, अपने घरां भी छकदी है। हर गुरुद्वारे साहिब गुरु नानक पातशाह लंगर चलता है। ते कल लंगरां विच खालसा जीओ कड़ा प्रशाद अते खीर दे लंगर बनने हैं। उन्हां दी समग्री आप जी अपने आप आपने भेजनी है खालसा जी। घ्यो दे टीन भेजो, भावें किलो 2 किलो 4 किलो 10 किलो चावल दुध मिठा ਜਾਂ ਹੋਰ ड्राई फ्रूट भेज सकते हो। आप जी अपनी तमन्ना अनुसार खुला खुला भोजन भेजना, सब ने छकना भाई। सारी दुनिया इत्थे आके जगदी खालसा जी। जितना कोई दवेगा उतना वधदा है। वो 20 रुपए का अज कितना वधी जा रहा है खालसा जी। सारी दुनिया छकदी है पर घटिया नहीं, उतना वधी जा रहा है। तोड़ ना आवे वध तो जाई वधेगा खालसा जीओ। ऐसे गुरु नानक पातशाह के प्रकाश दिहाड़े संबंध में आप संगतां ने रल मिल के लंगरां भी सेवा करनी, अपने हत्थी सेवा भी करनी है, ते रस्तां बस्तां द्वारा भी सेवा करनी है। तीजी सेवा है बाणी सुन के भी सेवा करनी है कि बाणी भी सुनिए, पातशाह का जस भी सुनिए, ते धन गुरु नानक पातशाह के जस नूं गाइए भी अपने मुखार बिन तो। धन नानक तेरी वड्डी कमाई, धन नानक तेरी वड्डी कमाई। धन नानक तेरी वड्डी कमाई, धन नानक तेरी वड्डी कमाई। धन नानक तेरी वड्डी कमाई, धन नानक तेरी वड्डी कमाई। धन नानक तेरी वड्डी कमाई, धन नानक तेरी वड्डी कमाई। वाहेगुरु 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 वाहेगुरु। धन गुरु नानक पातशाह के प्रकाश दिहाड़े संबंध में जड़े अखंड जाप आरंभ होए सन, उन्होंने सवेरे 10 बजे भोग भी पाए जाएंगे खालसा जीओ। उपरंत गुरबाणी कीर्तन हर जस विचारा होणगियां। 12 बजे तक यह समागम होवेगा खालसा जीओ अमर संचार हाल विच। आप जी ने उत्थे भी दर्शन देने की कृपालता करनी। गुरु नानक पातशाह के प्रकाश दिहाड़े संबंध में जड़े अखंड जाप कल रोज तो आरंभ होए सन, ते कल अमृत वेले लगभग 10 बजे सवेरे भोग पाए जाएंगे। उपरंत गुरबाणी कीर्तन होवेगा, दीवान सजणगे। आप संगतां ने दर्शन देने की कृपालता करनी जी। इतनियां बेनतियां प्रवान भुल चुक दी खिमा। हे अच्युत हे पार ब्रह्मा, अगनासी अगनास, हे पूरन हे सर्वमय, पंजन गुणतास, हे संगी हे निरंकार, हे निर्गुण सब टेक, हे गोविंद हे गुण निधान, के सदा बवेक, हे परम पर हर हरे, है पियोवण हारे, हे संत
कै सदा संग। धारा आधार हे ठाकुर हो दासरो, मैं निर्गुण गुण नहीं कोई। नानक दीजै नाम दान, कोई है परो आए प्रभ शरणागति। कृपा निध दयाल, एक अखर हर मन बसत, नानक होत निहाल। वाहिगुरु नाम जहाज है, चढ़े सो तेरे पार। जो शरदा कर सेव दे, गुर पार उतार निहार। वाहिगुरु नाम जहाज है, चढ़े सो तेरे पार। जो शरदा कर सेव दे, गुर पार उतार निहार। वाहिगुरु जी का खालसा, वाहिगुरु जी की फतेह।
ਸਰਬ ਕਲਾ ਸਮਰਥ ਸਰਬ ਕਲਾ ਸਮਰਥ ਸਰਬ ਕਲਾ ਸਮਰਥ ਡੋਲਣ ਤੇ